ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਹੁਣ ਆਪਾਂ ਅੱਜ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਹੁਣ ਤੱਕ ਆਪਾਂ ਸੁਖਮਨੀ ਸਾਹਿਬ ਜੀ ਦੀਆਂ 11 ਅਸ਼ਟਪਦੀਆਂ ਇੱਕ ਦੋ ਬੰਦ ਕਰਕੇ ਸਮਝ ਚੁੱਕੇ ਹਾਂ ਤੇ ਅੱਜ ਆਪਾਂ ਅਸ਼ਟਪਦੀ ਨੰਬਰ 12 ਸ਼ੁਰੂ ਕਰਨਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 278 ਉੱਤੇ ਦਰਜ ਹੈ। ਤੇ ਇਹ ਅਸ਼ਟਪਦੀ ਪੂਰੀ ਦਾ ਪਾਠ ਅਸੀਂ ਤੁਹਾਨੂੰ ਭੇਜ ਚੁੱਕੇ ਹਾਂ ਤੇ ਤੁਹਾਡੇ ਕੋਲ ਉਮੀਦ ਹੋਵੇਗਾ ਤੇ ਤੁਸੀਂ ਉਹਦੇ ਵੱਲ ਵੀ ਧਿਆਨ ਰੱਖਣਾ। ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਹਰ ਅਸ਼ਟਪਦੀ ਤੋਂ ਪਹਿਲਾਂ ਗੁਰੂ ਸਾਹਿਬ ਨੇ ਇੱਕ ਸ਼ਲੋਕ ਲਿਖਿਆ ਹੁੰਦਾ ਹੈ ਤੇ ਉਹ ਸ਼ਲੋਕ ਇਸ ਤਰ੍ਹਾਂ ਹੀ ਮੰਨੋ ਜਿਵੇਂ ਸਾਰੀ ਅਸ਼ਟਪਦੀ ਵਿੱਚ ਉਹ ਸ਼ਲੋਕ ਦੀ ਵਿਆਖਿਆ ਹੀ ਕੀਤੀ ਹੁੰਦੀ ਹੈ। ਤੇ ਇਸ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਉਹ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਸੋ ਤੁਸੀਂ ਨਾ ਇਹਨਾਂ ਦੋਹਾਂ ਪੰਕਤੀਆਂ ਵਿੱਚ ਦੋ ਸ਼ਬਦਾਂ ਵੱਲ ਧਿਆਨ ਦਿਓ, ਇੱਕ ਮਸਕੀਨੀਆਂ ਵੱਲ ਤੇ ਇੱਕ ਅਹੰਕਾਰੀਆ ਵੱਲ। ਇਹ ਦੋ ਸ਼ਬਦ ਸਾਨੂੰ ਦੱਸਦੇ ਨੇ ਕਿ ਗੁਰੂ ਜੀ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਇਸ ਅਸ਼ਟਪਦੀ ਵਿੱਚ ਕਰਨਗੇ। ਇੱਕ ਉਹ ਲੋਕ ਨੇ ਜਿਹੜੇ ਮਸਕੀਨ ਹਨ। ਮਸਕੀਨ ਤੋਂ ਭਾਵ ਹੁੰਦਾ ਹੈ ਗਰੀਬੀ ਦੇ ਸੁਭਾਅ ਵਾਲਾ ਬੰਦਾ, ਯਾਨੀ ਬਹੁਤ ਨਿਮਰਤਾ ਵਾਲਾ, ਨਿਮਰ ਭਾਵਨਾ ਵਾਲਾ, ਨਿਮਰ ਵਿਚਾਰਾਂ ਵਾਲਾ, ਜਿਹਦੇ ਵਿੱਚ ਲੇਸ ਮਾਤਰ ਵੀ ਅਹੰਕਾਰ ਨਾ ਹੋਵੇ, ਉਸ ਨੂੰ ਮਸਕੀਨੀਆਂ ਆਖਦੇ ਨੇ। ਤੇ ਅਹੰਕਾਰੀਆਂ ਦਾ ਤੇ ਆਪਾਂ ਨੂੰ ਪਤਾ ਹੀ ਹੈ, ਕਿਉਂਕਿ ਆਪਾਂ ਸਾਰੇ ਹੀ ਹਾਂ, ਉਹਦੇ ਤੇ ਕੋਈ ਦੱਸਣ ਪੁੱਛਣ ਦੀ ਗੱਲ ਹੀ ਨਹੀਂ ਹੈਗੀ, ਹੈ ਨਾ। ਤੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਦਾ ਮਾਣ ਅਹੰਕਾਰ ਕਰਦੇ ਹਾਂ। ਮੈਂ ਕਈ ਵਾਰੀ ਤੁਹਾਡੇ ਨਾਲ ਬਚਨ ਕਰਦਾ ਹੁੰਨਾ ਕਿ ਜਿਨ੍ਹਾਂ ਕੋਲ ਧਨ ਪਦਾਰਥ ਬਹੁਤਾ ਹੈ, ਜਿਨ੍ਹਾਂ ਕੋਲ ਉੱਚੇ ਰੁਤਬੇ ਨੇ, ਉਹਨਾਂ ਨੂੰ ਤੇ ਅਹੰਕਾਰ ਹੋ ਹੀ ਜਾਣਾ ਹੁੰਦਾ ਹੈ ਵੀ ਚਲੋ ਲੋਕ ਉਹਨਾਂ ਦੀ ਗੱਲ ਸੁਣਦੇ ਨੇ, ਉਹਨਾਂ ਕੋਲ ਬਾਕੀਆਂ ਨਾਲੋਂ ਜਿਹੜੀ ਵੈਲਥ ਹੈ ਉਹ ਜ਼ਿਆਦਾ ਹੈ, ਕਿਸੇ ਵੀ ਰੂਪ ਵਿੱਚ, ਭਾਵੇਂ ਪੜ੍ਹਾਈ ਲਿਖਾਈ ਜ਼ਿਆਦਾ ਹੈ, ਉਹਨਾਂ ਨੂੰ ਹੰਕਾਰ ਹੋ ਜਾਣਾ ਤੇ ਸੁਭਾਵਿਕ ਹੀ ਹੈ। ਸਾਰਿਆਂ ਨੂੰ ਨਹੀਂ, ਵਿਰਲਿਆਂ ਨੂੰ। ਲੇਕਿਨ ਜਿਹੜੇ ਨਾ ਅਧਿਆਤਮਿਕ ਰਾਹ ਤੇ ਤੁਰਦੇ ਨੇ, ਜਿਹੜੇ ਧਾਰਮਿਕ ਕਹੇ ਜਾਂਦੇ ਲੋਕ ਨੇ, ਉਹ ਵੀ ਹੰਕਾਰ ਕਰਦੇ ਜੇ। ਉਹ ਸਗੋਂ ਦੂਜਿਆਂ ਨਾਲੋਂ ਕਈ ਵਾਰੀ ਜ਼ਿਆਦਾ ਕਰਦੇ ਨੇ। ਇੱਕ ਛੋਟੀ ਜੀ ਗੱਲ, ਜਿਵੇਂ ਕਹਾਣੀ ਦੇ ਰੂਪ ਵਿੱਚ ਹੀ ਹੈ ਵੈਸੇ ਉਹ, ਭਈ ਕੋਈ ਬੰਦਾ ਨਾ ਘਰ-ਬਾਰ ਛੱਡਦਾ ਹੈ, ਭਈ ਸੰਨਿਆਸ ਲੈ ਲੈਂਦਾ ਹੈ ਵੀ ਮੈਂ ਹੁਣ ਰਹਿੰਦੀ ਜ਼ਿੰਦਗੀ ਸਾਰੀ ਜਿਹੜੀ ਹੈ ਮੇਰੀ, ਉਹ ਮੈਂ ਭਜਨ ਬੰਦਗੀ ਕਰਾਂਗਾ, ਸਿਮਰਨ ਕਰਾਂਗਾ ਤੇ ਇਸ ਤਰ੍ਹਾਂ ਉਹਨੂੰ ਗੁਜ਼ਾਰਾਂਗਾ ਜ਼ਿੰਦਗੀ ਨੂੰ। ਘਰ-ਬਾਰ ਛੱਡ ਕੇ, ਹਰ ਚੀਜ਼ ਤਿਆਗ ਕੇ, ਬਾਲੀ ਬੱਚਾ ਛੱਡ ਕੇ ਤੇ ਉਹ ਕਿਸੇ ਸਾਧੂ ਦੇ ਡੇਰੇ ਤੇ ਚਲਾ ਜਾਂਦਾ ਹੈ। ਉੱਥੇ ਕੁਝ ਦਿਨ ਰਹਿੰਦਾ, ਗੱਲਾਂ ਬਾਤਾਂ ਹੁੰਦੀਆਂ ਨੇ, ਆਪੋ ਆਪਣੇ ਵਿਚਾਰ ਲੋਕ ਜਿਹੜੇ ਉਹ ਡੇਰੇ ਤੇ ਰਹਿੰਦੇ ਨੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੀ ਨੇ। ਤੇ ਉਹ ਸਾਰਿਆਂ ਨੇ ਆਪਣੇ ਆਪਣੇ ਬਾਰੇ ਦੱਸਿਆ ਕਿ ਮੈਂ ਆ ਮੇਰਾ ਰੁਤਬਾ ਸੀ, ਇੰਨਾ ਮੇਰਾ ਧਨ ਪਦਾਰਥ ਸੀ, ਇੰਨੀ ਮੇਰੀ ਜ਼ਮੀਨ ਦਾ ਜਾਇਦਾਦ ਸੀ, ਇਹ ਮੇਰੀ ਉੱਚੀ ਵੱਡੀ ਨੌਕਰੀ ਸੀ, ਮੈਂ ਐਡਾ ਵੱਡਾ ਅਫਸਰ ਸਾਂ। ਇਹੋ ਜਿਹੀਆਂ ਗੱਲਾਂ ਕਰਦੇ ਨੇ। ਤੇ ਉਹ ਬੰਦੇ ਦੀ ਵੀ ਵਾਰੀ ਆਈ, ਉਹਨੇ ਵੀ ਦੱਸਿਆ। ਉਹਨੇ ਵੀ ਆਪਣਾ ਸਾਰਾ ਕੁਝ ਦੱਸ ਕੇ ਨਾ ਤੇ ਖੜਾ ਹੋ ਕੇ ਤੇ ਲੱਤ ਕੱਢ ਮਾਰੀ ਉਧਰ ਨੂੰ, ਕੰਧ ਵਾਲੇ ਪਾਸੇ ਨੂੰ, ਵੀ ਮੈਂ ਹਰ ਚੀਜ਼ ਨੂੰ ਲੱਤ ਮਾਰ ਕੇ ਆ ਗਿਆ। ਤੇ ਉਹ ਜਿਹੜੇ ਮਹਾਂਪੁਰਸ਼ ਸੀ ਉਹ ਕਹਿੰਦੇ ਨੇ ਵੀ ਗੁਰਮੁਖਾ, ਲੱਤ ਤੇ ਤੂੰ ਮਾਰ ਆਇਆ ਏ, ਪਰ ਤੇਰੀ ਲੱਤ ਤੇ ਉੱਥੇ ਹੀ ਖੁੱਭੀ ਹੋਈ ਹੈ ਅਜੇ, ਹਨਾ। ਵੀ ਤੂੰ ਛੱਡ ਕੇ ਕੁਝ ਵੀ ਨਹੀਂ ਆਇਆ, ਜੋ ਛੱਡਿਆ ਉਹ ਤੂੰ ਨਾਲ ਚੁੱਕੀ ਫਿਰਦਾ ਅਜੇ ਵੀ, ਹਨਾ। ਹੰਕਾਰ ਵੇਖੋ
ਬੰਦਾ ਸਭ ਕੁਝ ਛੱਡ ਕੇ ਵੀ ਉਹ ਛੱਡਣ ਦਾ ਹੰਕਾਰ ਕਰੀ ਜਾ ਰਿਹਾ ਕਿ ਮੈਂ ਛੱਡ ਦਿੱਤਾ ਇੰਨਾ ਕੁਝ। ਤੂੰ ਛੱਡਿਆ ਕੀ? ਕੁਝ ਵੀ ਨਹੀਂ। ਹੰਕਾਰ ਤੇ ਉਹੀ ਤੇਰੇ ਨਾਲ ਹੈ। ਉਹ ਸਾਰਾ ਸਮਾਨ ਅੱਗੇ ਤੇਰੇ ਕੋਲ ਸੀ, ਹੁਣ ਤੂੰ ਉਸ ਤੋਂ ਵੱਖਰਾ ਹੈ, ਲੇਕਿਨ ਉਹ ਤੇਰੇ ਨਾਲ ਹੀ ਗਿਆ, ਕਿਤੇ ਨਹੀਂ। ਸੋ ਇਹ ਸਾਡੇ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਨੇ, ਉਹਨਾਂ ਨੂੰ ਹੋਰ ਵੀ ਵਧੇਰੇ ਅਹੰਕਾਰ ਜਿਹੜਾ ਉਹ ਆਪਣੀਆਂ ਚੀਜ਼ਾਂ ਦਾ, ਜਿਹੜੇ ਉਹਨਾਂ ਦੇ ਵਿੱਚ ਗੁਣ ਪਾਏ ਜਾਂਦੇ ਨੇ ਜਾਂ ਉਹਨਾਂ ਨੇ ਕਿਸੇ ਚੀਜ਼ ਦਾ ਤਿਆਗ ਕੀਤਾ ਹੈ, ਉਹਦਾ ਹੰਕਾਰ ਉਹਨਾਂ ਨੂੰ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਨੇ ਇੱਥੇ ਸਾਨੂੰ ਆਖਿਆ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਆਪਾਂ ਮਸਕੀਨੀਆਂ ਦੇ ਅਰਥ ਸਮਝ ਲਏ ਨੇ, ਗਰੀਬ ਸੁਭਾਅ ਵਾਲਾ ਬੰਦਾ, ਨਿਮਰਤਾ ਦੇ ਸੁਭਾਅ ਵਾਲਾ ਬੰਦਾ। ਆਪ ਤੋਂ ਭਾਵੇ ਆਪਾ, ਭਾਵ ਆਪਣੀ ਅਪਨਤ, ਆਪਣੀ ਹਉਮੈ ਨੂੰ ਨਿਵਾਰ ਮਤਲਬ ਛੱਡ ਕੇ, ਤਲੇ ਨੀਵਾਂ ਹੋ ਕੇ। ਗੁਰੂ ਜੀ ਆਖਦੇ ਨੇ ਜਿਹੜਾ ਬੰਦਾ ਆਪਣੇ ਹੰਕਾਰ ਦਾ ਤਿਆਗ ਕਰ ਦਿੰਦਾ ਹੈ, ਆਪਣੀ ਅਪਨਤ ਛੱਡ ਦਿੰਦਾ ਹੈ, ਤੇ ਫਿਰ ਉਹ ਨਿਮਰਤਾ ਦੇ ਸੁਭਾਅ ਵਿੱਚ ਜ਼ਿੰਦਗੀ ਬਸਰ ਕਰਦਾ ਹੈ। ਫਿਰ ਉਹ ਗਰੀਬੀ ਵਾਲਾ ਸੁਭਾਅ ਅਖਤਿਆਰ ਕਰ ਲੈਂਦਾ ਹੈ। ਇਹੋ ਜਿਹਾ ਬੰਦਾ ਸੁਖੀ ਵਸਦਾ ਹੈ ਆਪਣੀ ਜ਼ਿੰਦਗੀ ਵਿੱਚ, ਇੱਥੇ ਵੀ ਤੇ ਇਸ ਜ਼ਿੰਦਗੀ ਤੋਂ ਬਾਅਦ ਵੀ। ਜਿੱਥੇ ਵੀ ਕਿਤੇ ਹੋਏਗੀ, ਆਪਾਂ ਚਲੋ ਉਹਦੀ ਗੱਲ ਨਾ ਕਰੀਏ ਜਾਂ ਇਸ ਤਰ੍ਹਾਂ ਆਖੀਏ, ਇਸ ਜੀਵਨ ਵਿੱਚ ਹੁੰਦਿਆਂ ਅੱਜ ਤੋਂ ਬਾਅਦ ਵੀ, ਜਦੋਂ ਤੋਂ ਉਸਨੇ ਗਰੀਬੀ ਸੁਭਾਅ ਆਪਣੇ ਅੰਦਰ ਪੈਦਾ ਕਰ ਲਿਆ, ਉਸ ਦਿਨ ਤੋਂ ਲੈ ਕੇ ਆਉਣ ਵਾਲਾ ਸਾਰਾ ਸਮਾਂ ਉਹ ਸੁੱਖ ਨਾਲ ਵਸਦਾ ਹੈ, ਆਰਾਮ ਨਾਲ, ਚੈਨ ਨਾਲ ਉਹਦੀ ਜ਼ਿੰਦਗੀ ਬਸਰ ਹੁੰਦੀ ਹੈ। ਸੋ ਇੱਕ ਗੱਲ ਇਹ ਕੀਤੀ ਹੈ ਨਿਮਰਤਾ ਵਾਲੇ ਲੋਕਾਂ ਦੀ। ਦੂਸਰੇ ਪਾਸੇ ਆਖਿਆ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰ ਕਰਨ ਵਾਲੇ। ਅੱਗੇ ਇਹਦੇ ਚ ਗੁਰੂ ਜੀ ਨੇ ਹੰਕਾਰੀਆਂ ਦੀ ਗੱਲ ਕੀਤੀ, ਆਪਾਂ ਥੋੜੀ ਜੀ ਗੱਲ ਉੱਥੇ ਵਿਸਥਾਰ ਨਾਲ ਕਰਾਂਗੇ। ਸੋ ਜਿਹੜੇ ਵੱਡੇ ਵੱਡੇ ਹੰਕਾਰੀ ਲੋਕ ਨੇ, ਜਿਨ੍ਹਾਂ ਨੂੰ ਆਪਣੇ ਆਪੇ ਦਾ ਮਾਣ ਹੈ, ਉਹ ਲੋਕ ਗਰਭ ਗਲੇ। ਸੋ ਇਹ ਜਿਹੜਾ ਗਰਭ ਸ਼ਬਦ ਹੈ ਨਾ ਜੀ, ਇਹਦੇ ਵੱਲ ਧਿਆਨ ਦੇ ਕੇ ਪਾਠ ਕਰਿਆ ਕਰੋ। ਆਪਾਂ ਇਸ ਨੂੰ ਨਾ ਗਰਭ ਦੀ ਤਰ੍ਹਾਂ ਪੜ੍ਹ ਲੈਂਦੇ ਹਾਂ, ਤੇ ਗਰਭ ਜਿਹੜਾ ਸ਼ਬਦ ਹੁੰਦਾ ਹੈ ਨਾ, ਉਹ ਭੱਬੇ ਨਾਲ ਪੈਂਦਾ ਹੈ, ਤੇ ਉਹਦਾ ਅਰਥ ਹੁੰਦਾ ਹੈ ਮਾਤਾ ਦਾ ਉਦਰ। ਗਰਭ ਗਲੇ, ਮਾਤਾ ਦੇ ਉਦਰ ਵਿੱਚ ਗਲਦੇ ਨੇ, ਯਾਨੀ ਜਨਮ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਨੇ। ਪਰ ਇੱਥੇ ਹੈ ਗਰਭ ਬੱਬੇ ਨਾਲ। ਇਹਦਾ ਗਰਭ ਦਾ ਮਤਲਬ ਹੁੰਦਾ ਹੈ ਹੰਕਾਰ। ਵੱਡੇ ਵੱਡੇ ਜਿਹੜੇ ਹੰਕਾਰੀ ਲੋਕ ਨੇ, ਉਹ ਆਪਣੇ ਹੰਕਾਰ ਵਿੱਚ ਹੀ ਨਾਸ਼ ਹੋ ਜਾਂਦੇ ਨੇ। ਸੋ ਇਹਦਾ ਅਰਥ ਇਸ ਤਰ੍ਹਾਂ ਬਣਦਾ ਹੈ। ਤੇ ਜਦੋਂ ਆਪਾਂ ਇਹਦਾ ਪਾਠ ਕਰੀਏ, ਥੋੜਾ ਧਿਆਨ ਰੱਖ ਕੇ ਕਰੀਏ ਕਿ ਇਸ ਨੂੰ ਆਪਾਂ ਕਿਤੇ ਗਰਭ ਨਾ ਪੜ੍ਹੀਏ, ਇਸ ਨੂੰ ਗਰਭ ਪੜ੍ਹਨਾ ਹੈ। ਵੀ ਆਪਣੇ ਹੰਕਾਰ ਵਿੱਚ ਹੀ ਹੰਕਾਰੀ ਲੋਕ ਸੜ ਮਰਦੇ ਨੇ, ਉਹ ਆਪਣੀ ਜ਼ਿੰਦਗੀ ਖਤਮ ਕਰਕੇ ਸੰਸਾਰ ਵਿੱਚੋਂ ਚਲੇ ਜਾਂਦੇ ਨੇ। ਸੋ ਇਹ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਇੱਥੇ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਹੈ ਸ਼ਲੋਕ ਵਿੱਚ। ਤੇ ਅੱਗੇ ਸਾਰੀ ਅਸ਼ਟਪਦੀ ਵਿੱਚ ਹੀ ਇਹ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਹੀ ਹੋਣੀ ਹੈ, ਜਾਂ ਫਿਰ ਅਖੀਰ ਤੇ ਜਾ ਕੇ ਪ੍ਰਮਾਤਮਾ ਬਾਰੇ ਇੱਕ ਦੋ ਜਿਹੜੇ ਨੇ ਬੰਦੋ ਸਪੈਸ਼ਲ ਉਚੇਚੇ ਤੌਰ ਤੇ ਆਉਣੇ ਨੇ। ਆਪਾਂ ਜਦੋਂ ਉੱਥੇ ਜਾਵਾਂਗੇ ਫਿਰ ਉਹਨਾਂ ਦੀ ਵਿਚਾਰ ਕਰਾਂਗੇ। ਸੋ ਆਓ ਹੁਣ ਅਸੀਂ ਅਸ਼ਟਪਦੀ ਦਾ ਬੰਦ ਨੰਬਰ ਪਹਿਲਾ 1 ਯਾਨੀ ਉਹ ਸ਼ੁਰੂ ਕਰਦੇ ਹਾਂ। ਇਸ ਵਿੱਚ ਗੁਰੂ ਜੀ ਆਖਦੇ ਨੇ, ਜਿਸ ਕਾ ਅੰਤਰ ਰਾਜ ਅਭਿਮਾਨ। ਰਾਜ ਅਭਿਮਾਨ ਦਾ ਮਤਲਬ ਹੈ ਰਾਜ ਦਾ ਅਹੰਕਾਰ। ਜਿਵੇਂ ਅੱਜ ਅਸੀਂ ਵੇਖਦੇ ਹਾਂ, ਜਿਹੜੇ ਸਾਡੇ ਦੇਸ਼ਾਂ, ਭਾਵੇਂ ਹੁਣ ਉਹ ਰਾਜਾਸ਼ਾਹੀ ਖਤਮ ਹੋ ਗਈ ਹੈ, ਡਿਕਟੇਟਰਸ਼ਿਪ ਨਹੀਂ ਰਹੀ, ਪਰ ਜਿਹੜੇ ਲੋਕਾਂ ਨੂੰ ਅਸੀਂ ਚੁਣ ਕੇ ਉੱਤੇ ਭੇਜਦੇ ਹਾਂ, ਉਹ ਡਿਕਟੇਟਰ ਹੀ ਹਨ। ਇਹਦੇ 'ਚ ਕੋਈ ਸ਼ੱਕ ਨਹੀਂ, ਮੈਨੂੰ ਤੇ ਨਹੀਂ ਰਿਹਾ। ਇਹ ਲੋਕ ਲੋਕਾਂ ਦੀ ਮੱਤ ਦੁਆਰਾ ਚੁਣੇ ਜਾਂਦੇ ਨੇ। ਜਦੋਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ, ਫਿਰ ਉਹਨਾਂ ਲੋਕਾਂ ਉੱਤੇ ਹੀ ਆਪਣਾ ਡੰਡਾ ਚਲਾਉਂਦੇ ਨੇ। ਤੇ ਉਹ ਕਿਉਂ ਚਲਾਉਂਦੇ ਨੇ? ਉਹਨਾਂ ਨੂੰ ਆਪਣੀ ਉਸ ਰਾਜ ਵਾਲੀ ਕੁਰਸੀ ਦਾ ਅਹੰਕਾਰ ਹੋ ਜਾਂਦਾ ਹੈ ਕਿ ਹੁਣ ਮੇਰਾ ਕੋਈ ਕੀ ਕਰ ਲਵੇਗਾ, ਹੁਣ ਮੈਂ ਸਭ ਤੋਂ ਵੱਡਾ, ਮੇਰਾ ਹੁਕਮ ਚੱਲਦਾ, ਸਾਰੀਆਂ ਫੌਜਾਂ, ਸਭ ਪੁਲਿਸ, ਸਭ ਜਿੰਨੇ ਮਹਿਕਮੇ ਨੇ ਮੇਰੇ ਅੱਗੇ ਹੱਥ ਬੰਨ੍ਹ ਕੇ ਖਲੋਤੇ ਹੁੰਦੇ ਨੇ। ਬਸ ਇਹੋ ਹੀ ਹੰਕਾਰ ਲੈ ਡੁੱਬਦਾ ਹੈ।
ਔਰ ਬਹੁਤ ਲੋਕ ਨੇ ਜਿਨ੍ਹਾਂ ਨੂੰ ਇਸ ਅਹੰਕਾਰ ਨੇ ਗਰਕ ਕੀਤਾ। ਹਿਸਟਰੀ ਤੁਸੀਂ ਸਾਰੇ ਜਾਣਦੇ ਹੋ। ਵੱਡੇ ਵੱਡੇ ਕਹੇ ਜਾਂਦੇ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਵੱਡੇ ਵੱਡੇ ਪ੍ਰੈਜ਼ੀਡੈਂਟ ਦੁਨੀਆ ਦੇ ਦੇਸ਼ਾਂ ਦੇ, ਉਹਨਾਂ ਦਾ ਜੋ ਹਾਲ ਬਾਅਦ ਵਿੱਚ ਹੁੰਦਾ ਤੁਹਾਨੂੰ ਸਭਨਾਂ ਨੂੰ ਪਤਾ ਹੈ, ਕੋਈ ਨਾਂ ਲੈਣ ਦੀ ਜ਼ਰੂਰਤ ਨਹੀਂ। ਪਰ ਹਿਸਟਰੀ ਬਣ ਜਾਂਦੀ ਉਹਨਾਂ ਲੋਕਾਂ ਦੀ, ਤੇ ਹਿਸਟਰੀ ਤੇ ਵੀ ਲੋਕ ਫਿਰ ਗਾਉਂਦੇ ਰਹਿੰਦੇ ਨੇ, ਉਹਦੀ ਗੱਲ ਤੇ ਕਰਦੇ ਹੀ ਰਹਿੰਦੇ ਨੇ। ਗੁਰੂ ਸਾਹਿਬ ਨੇ ਇੱਕ ਇਤਿਹਾਸਿਕ ਹਵਾਲਾ ਦਿੱਤਾ ਹੈ ਗੁਰਬਾਣੀ ਵਿੱਚ। ਉਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਜਿਹਦੇ ਚ ਆਖਦੇ ਨੇ, ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ। ਰਾਜ ਦਾ ਅਭਿਮਾਨ, ਜਿਨ੍ਹਾਂ ਨੂੰ ਰਾਜ ਦਾ ਅਹੰਕਾਰ ਹੋਇਆ। ਹੁਣ ਗੱਲ ਕਿੰਨੀ ਕੁ ਵੱਡੀ ਏ ਵੀ ਇੱਕ ਰਾਜਾ ਜਿਹੜਾ ਸਾਰੇ ਭਾਰਤ ਉੱਤੇ ਰਾਜ ਕਰਦਾ, ਜਾਂ ਉਹਦਾ ਬਹੁਤ ਵੱਡਾ ਰਾਜ ਏ, ਤੇ ਉਹ ਆਪਣੇ ਭਰਾਵਾਂ ਨੂੰ, ਕ੍ਰਿਸ਼ਨ ਕਹਿ ਰਿਹਾ ਸੀ ਕਿ ਇਹਨਾਂ ਨੂੰ ਕੋਈ 5 ਕਿੱਲੇ ਜ਼ਮੀਨ ਦੇ ਦਿਓ ਤੇ ਉੱਥੇ ਪਿੰਡ ਵਸਾ ਕੇ ਆਪਣਾ ਗੁਜ਼ਾਰਾ ਕਰ ਲੈਣਗੇ। ਪਰ ਉਹ ਨਹੀਂ ਮੰਨਿਆ, ਹੰਕਾਰ ਹੋ ਗਿਆ ਨਾ ਕਿ ਮੈਂ ਰਾਜਾ ਹਾਂ। ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ। ਉਹ ਕੈਰੋਂ, ਉਹ ਕੌਰਵ ਵੀ ਇਹਨਾਂ ਨੂੰ ਕਹਿੰਦੇ ਨੇ। ਕੁਰੂ ਇੱਕ ਇਲਾਕਾ ਸੀ ਉਸ ਵਕਤ, ਜਿਹੜਾ ਅੱਜ ਕੁਰੂਕਸ਼ੇਤਰ ਹੈ ਨਾ, ਇਹ ਕੁਰੂਕਸ਼ੇਤਰ ਹੁਣ ਤੇ ਸ਼ਹਿਰ ਹੈ ਇੰਨਾ ਛੋਟਾ ਜਿਹਾ। ਪਹਿਲਾਂ ਬਹੁਤ ਵੱਡਾ ਦਿੱਲੀ ਤੱਕ ਦੇ ਇਲਾਕੇ ਨੂੰ ਕੁਰੂ ਦਾ ਇਲਾਕਾ ਕਹਿੰਦੇ ਸਨ। ਕੁਰੂ ਨਾਂ ਸੀ, ਤੇ ਉਸ ਕੁਲ ਦੇ ਲੋਕਾਂ ਨੂੰ ਕੌਰਵ ਆਖਦੇ ਸਨ। ਉਹਨਾਂ ਕੌਰਵਾਂ ਦਾ ਇੱਥੇ ਰਾਜ ਸੀ। ਉਹਨਾਂ ਦਾ ਦੁਰਯੋਧਨ ਵੱਡਾ ਭਰਾ ਸੀ ਤੇ ਬੜਾ ਹੀ ਬਲੀ ਸੀ, ਬੜਾ ਸੂਰਮਾ ਤੇ ਯੋਧਾ ਸੀ। ਸੋ ਗੁਰੂ ਬਾਣੀ ਵਿੱਚ ਨਾ ਉਹ ਉਦਾਹਰਨ ਲਈ ਗਈ ਹੈ ਕਿ ਉਹ ਮੇਰੀ ਮੇਰੀ ਕਰਦੇ ਸੀ ਕਿ ਸਾਰੀ ਜ਼ਮੀਨ ਮੇਰੀ ਏ, ਇਹ ਸਾਰਾ ਮੁਲਕ ਮੇਰਾ ਏ, ਪਾਂਡਵ ਕੀ ਲੱਗਦੇ ਨੇ, ਇਹਨਾਂ ਨੂੰ ਤੇ ਇੱਥੇ ਪਾਣੀ ਦਾ ਵੀ ਹੱਕ ਨਹੀਂ, ਇਹਨਾਂ ਨੂੰ ਦੇਸ਼ ਚੋਂ ਕੱਢ ਦਿਓ, ਇਸ ਤਰ੍ਹਾਂ ਦੀ ਗੱਲ ਕਰਦੇ ਸਨ। ਲੇਕਿਨ ਆਖਦੇ ਨੇ ਬਾਣੀ ਵਿੱਚ 12 ਜੋਜਨ ਛਤਰ ਚੱਲੈ ਥਾ ਦੇਹੀ ਗਿਰਜਨ ਖਾਈ। 12 ਜੋਜਨ, ਇੱਕ ਜੋਜਨ 4 ਕੋਹਾਂ ਦਾ ਮੰਨਿਆ ਜਾਂਦਾ ਹੈ ਜੀ। 4 ਕੋਹ ਜਿਹੜੇ ਨੇ, ਇੱਕ ਮੀਲ ਤੋਂ ਇੱਕ ਕੋਹ ਵੱਡਾ ਹੁੰਦਾ ਹੈ। ਜਿਵੇਂ ਕਿਲੋਮੀਟਰ ਤੋਂ ਵੱਡਾ ਮੀਲ ਹੁੰਦਾ, ਮੀਲ ਤੋਂ ਵੱਡਾ ਕੋਹ ਹੁੰਦਾ ਹੈ, ਤੇ ਕੋਹ ਤੋਂ ਅੱਗੇ ਜੋਜਨ ਹੁੰਦਾ ਹੈ ਪੁਰਾਣੇ ਉਹਦੇ ਮੈਜ਼ਰਮੈਂਟ ਵਿੱਚ। 12 ਜੋਜਨ, 4-4 ਕੋਹਾਂ ਦਾ ਇੱਕ ਜੋਜਨ, ਤੇ 12 ਜੋਜਨ ਹੋ ਗਏ, ਯਾਨੀ 48 ਮੀਲਾਂ ਦਾ ਏਰੀਆ। ਇੰਨੀ ਵੱਡੀ ਫੌਜ ਦੇ ਮਾਲਕ ਸਨ ਉਹ ਕਿ 48 ਮੀਲਾਂ ਦੇ ਏਰੀਏ ਵਿੱਚ ਉਹਨਾਂ ਦੀ ਫੌਜ ਬਿਖਰੀ ਹੋਈ ਸੀ ਦੁਸ਼ਮਣ ਦਾ ਟਾਕਰਾ ਕਰਨ ਲਈ। ਤੇ ਉਹ ਟਾਕਰਾ ਕਿਹਦਾ ਕਰਨਾ? ਉਹ 5 ਬੰਦੇ ਨੇ ਪਾਂਡਵ। ਐਡੀ ਵੱਡੀ ਫੌਜ ਲੈ ਕੇ ਉਹਨਾਂ ਤੇ ਚੜ੍ਹ ਤੁਰੇ ਨੇ। ਹੰਕਾਰ, ਬਸ, ਹੋਰ ਕੋਈ ਗੱਲ ਨਹੀਂ। ਸੋ ਜੇ ਤੁਸੀਂ ਕੁਰੂਕਸ਼ੇਤਰ ਦਾ ਏਰੀਆ ਵੇਖਿਆ ਹੋਵੇ ਤੇ ਤੁਸੀਂ ਸਮਝ ਪਾਓਗੇ ਕਿ ਸੱਚਮੁੱਚ 48 ਮੀਲਾਂ ਵਿੱਚ ਉਹਨਾਂ ਦੀ ਫੌਜ ਸੀ। ਜਿਸ ਇਲਾਕੇ 'ਚ ਮੈਂ ਰਹਿਣਾ, ਉਹ ਭੇਵੇ ਦਾ ਇਲਾਕਾ ਹੈ। ਕੁਰੂਕਸ਼ੇਤਰ ਸਾਡੇ ਤੋਂ ਤਕਰੀਬਨ 25-30 ਕਿਲੋਮੀਟਰ ਦੂਰ ਹੈ, ਤੇ ਉਸ ਦੇ ਦੂਜੇ ਪਾਸੇ, ਲਹਿੰਦੇ ਪਾਸੇ, ਕੋਈ 5-7 ਮੀਲਾਂ ਤੇ ਇੱਕ ਪਿੰਡ ਹੈ, ਜਿੱਥੇ ਉਹਨਾਂ ਦੀ ਯਾਦ ਵਿੱਚ ਇੱਕ ਜਗ੍ਹਾ ਬਣੀ ਹੋਈ ਹੈ, ਕੈਰਵਾਂ ਤੇ ਪਾਂਡਵਾਂ ਦੀ ਯਾਦ ਵਿੱਚ। ਉੱਥੇ ਇੱਕ ਲਾਗੇ ਹੋਰ ਪਿੰਡ, ਜਿੱਥੇ ਇੱਕ ਰਾਜੇ ਨੂੰ ਉਹਨਾਂ ਨੇ ਉਹਦਾ ਸਿਰ ਵੱਢ ਕੇ ਉੱਤੇ ਬਾਂਸ ਤੇ ਟੰਗ ਕੇ ਉਹ ਯੁੱਧ ਵਿਖਾਇਆ ਸੀ। ਉਹ ਸਾਰੀ ਜਗ੍ਹਾ ਸੱਚੀ ਮੁੱਚੀ 48 ਮੀਲਾਂ ਵਿੱਚ ਹੈ। ਇਹ ਕੇਵਲ ਲਿਖਤੀ ਗੱਲ ਨਹੀਂ, ਸੱਚਮੁੱਚ ਹੀ 48 ਮੀਲਾਂ ਵਿੱਚ ਉਹਨਾਂ ਦੀ ਫੌਜ ਬਿਖਰੀ ਹੋਈ ਸੀ। ਲੇਕਿਨ ਗੁਰੂ ਜੀ ਆਖਦੇ ਨੇ ਬਾਣੀ ਵਿੱਚ, ਦੇਹੀ ਗਿਰਜਨ ਖਾਈ। ਉਸ ਅਭਿਮਾਨ ਦਾ, ਉਸ ਅਹੰਕਾਰ ਦਾ ਹਸ਼ਰ ਕੀ ਹੋਇਆ? ਮਾਰੇ ਗਏ ਸਾਰੇ ਹੀ। ਉਹਨਾਂ ਦੀਆਂ ਦੇਹਾਂ ਨੂੰ ਸੰਭਾਲਣ ਵਾਲਾ ਕੋਈ ਨਾ ਰਿਹਾ। ਉਹ ਗਿਰਜਾਂ ਨੇ ਖਾਧੀਆਂ, ਯਾਨੀ ਕਾਂ ਕੁੱਤੇ ਉਹਨਾਂ ਦੀਆਂ ਦੇਹਾਂ ਨੂੰ ਖਾ ਗਏ। ਉਹਨਾਂ ਦਾ ਸੰਸਕਾਰ ਕਰਨ ਵਾਲਾ ਕੋਈ ਨਾ ਰਿਹਾ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਇਸ ਤਰ੍ਹਾਂ ਜਿਹੜੇ ਵੱਡੇ ਵੱਡੇ ਹੰਕਾਰ ਵਾਲੇ ਲੋਕ ਨੇ, ਉਹ ਆਪਣੇ ਹੰਕਾਰ ਵਿੱਚ ਹੀ ਨਾਸ਼ ਹੋ ਜਾਂਦੇ ਨੇ। ਸੋ ਗੁਰੂ ਜੀ ਸਾਨੂੰ ਇਹ ਗੱਲ ਸਮਝਾਉਣਗੇ ਇਸ ਸਾਰੀ ਅਸ਼ਟਪਦੀ ਵਿੱਚ ਕਿ ਗੁਰਮੁਖੋ ਹੰਕਾਰ ਨਾ ਕਦੀ ਕਰਿਆ ਜੀ, ਕਿਸੇ ਵੀ ਚੀਜ਼ ਦਾ, ਚਾਹੇ ਆਪਣੀ ਵਿਦਿਆ ਦਾ ਹੀ ਕਿਉਂ ਨਾ ਹੋਵੇ, ਚਾਹੇ ਆਪਣੇ ਤਿਆਗ ਦਾ ਹੀ ਕਿਉਂ ਨਾ ਹੋਵੇ, ਚਾਹੇ ਜੋ ਅਸੀਂ ਸੇਵਾ ਭਾਵ ਕਰਦੇ ਉਹਦਾ ਹੀ ਕਿਉਂ ਨਾ ਹੋਵੇ। ਕਿਸੇ ਚੀਜ਼ ਦਾ ਕਦੀ ਵੀ ਸਾਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ। ਭਾਵੇਂ ਮੈਂ ਆਖ ਰਿਹਾ, ਮੈਂ ਵੀ ਕਰਦਾ ਹਾਂ, ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਅੱਗੇ ਤੋਂ ਇਹਦਾ ਤਿਆਗ ਕਰਾਂ। ਫਿਰ ਉਹ ਤਿਆਗ ਦਾ ਵੀ ਹੰਕਾਰ ਹੁੰਦਾ ਹੈ। ਇਹ ਵੀ ਅੱਗੇ ਇੱਕ ਬੜਾ ਪੰਗਾ, ਸੂਖਸ਼ਮ ਨਾ, ਇਹ ਜਿਹੜਾ ਹੰਕਾਰ ਹੈ ਬੜਾ ਸੂਖਸ਼ਮ ਹੁੰਦਾ ਹੈ।
ਅਸੀਂ ਆਪਣੇ ਆਪ ਨੂੰ ਜਦੋਂ ਕਹਿੰਦੇ ਆ ਨਾ ਕਿ ਮੈਂ ਹੰਕਾਰ ਹੁਣ ਨਹੀਂ ਕਰਦਾ, ਮੈਂ ਹੁਣ ਝੂਠ ਨਹੀਂ ਬੋਲਦਾ, ਹੁਣ ਮੈਂ ਨਿਤਨੇਮ ਸਿਮਰਨ ਕਰਦਾ, ਹੁਣ ਮੈਂ ਕਦੀ ਮਿਸ ਨਹੀਂ ਕਰਦਾ, ਹਰ ਸੰਡੇ ਗੁਰਦੁਆਰੇ ਜਾਣਾ, ਭਾਵੇਂ ਗੱਲ ਕਹਿਣ ਨੂੰ ਇਹ ਠੀਕ ਹੈ, ਕੁਝ ਗਲਤ ਨਹੀਂ, ਲੇਕਿਨ ਵਿਦਵਾਨ ਲੋਕਾਂ ਦਾ ਮੰਨਣਾ ਹੈ ਕਿ ਇਹ ਵੀ ਇੱਕ ਸੂਖਸ਼ਮ ਜਿਹਾ ਅਹੰਕਾਰ ਹੀ ਹੈ। ਦੂਜਿਆਂ ਨੂੰ ਇਹ ਜਨਾ ਦੇਣਾ ਕਿ ਤੁਸੀਂ ਇਹ ਕੰਮ ਨਹੀਂ ਕਰਦੇ, ਮੈਂ ਕਰਦਾ ਹਾਂ, ਇਸ ਲਈ ਇਹ ਹੰਕਾਰ ਬਣ ਜਾਂਦਾ ਹੈ। ਇਹ ਇੰਨਾ ਸੂਖਸ਼ਮ ਹੈ ਜਿਸ ਤੋਂ ਆਪਾਂ ਨੂੰ ਸਾਰਿਆਂ ਨੂੰ ਬੜਾ ਹੀ ਸੁਚੇਤ ਹੋਣ ਦੀ ਲੋੜ ਹੈ। ਸੋ ਜਿਸ ਕੈ ਅੰਤਰ ਰਾਜ ਅਭਿਮਾਨ, ਜਿਸ ਕਿਸੇ ਮਨੁੱਖ ਦੇ ਅੰਦਰ ਰਾਜ ਦਾ ਅਹੰਕਾਰ ਹੋ ਜਾਏ, ਉਹਦਾ ਹਸ਼ਰ ਕੀ ਹੁੰਦਾ ਹੈ? ਸੋ ਨਰਕ ਪਾਤੀ ਹੋਵਤ ਸੁਆਨ। ਨਰਕ ਪਾਤੀ ਦਾ ਮਤਲਬ ਹੈ ਨਰਕਾਂ ਦਾ ਭਾਗੀ, ਨਰਕ ਭੋਗਣ ਵਾਲਾ। ਸੋ ਹੁਣ ਇਹ ਵੀ ਗੱਲ ਹੁੰਦੀ ਹੈ ਸਾਡੇ ਸਿੱਖੀ ਦੇ ਅੰਦਰ ਕਿ ਕੀ ਨਰਕ ਤੇ ਸਵਰਗ ਹੁੰਦਾ ਏ, ਜਾਂ ਗੁਰਮਤਿ ਨੂੰ ਮੰਨਦੀ ਏ। ਆਪਾਂ ਕਈ ਵਾਰੀ ਇਸ ਦੇ ਉੱਤੇ ਗੱਲ ਕੀਤੀ ਹੈ ਵੀ ਨਰਕ ਸਵਰਗ ਹੁੰਦਾ ਹੈ, ਲੇਕਿਨ ਜਿਹੜੇ ਸਿਮਰਨ ਭਜਨ ਵਾਲੇ ਲੋਕ ਨੇ, ਜਿਹੜੇ ਪ੍ਰਭੂ ਦੀ ਭਗਤੀ ਕਰਕੇ ਨਿਰਅਹੰਕਾਰ ਹੋ ਜਾਂਦੇ ਨੇ, ਉਹਨਾਂ ਵਾਸਤੇ ਕੋਈ ਨਰਕ ਸੁਰਗ ਨਹੀਂ ਰਹਿ ਜਾਂਦਾ। ਉਹ ਨਰਕ ਸਵਰਗ ਤੋਂ ਉੱਚੇ ਉੱਠ ਜਾਂਦੇ ਨੇ। ਸੋ ਕਬੀਰ ਸਾਹਿਬ ਨੇ ਬਾਣੀ ਵਿੱਚ ਨਾ ਇਹ ਬਚਨ ਲਿਖੇ ਹੀ ਹੋਏ ਨੇ ਕਿ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਵੀ ਮੈਨੂੰ ਹੁਣ ਨਰਕ ਦਾ ਕੋਈ ਭੈ ਨਹੀਂ ਰਿਹਾ ਤੇ ਸਵਰਗ ਦੀ ਕੋਈ ਲਾਲਸਾ ਜਾਂ ਆਸ ਨਹੀਂ ਰਹੀ। ਮੈਂ ਇਹਨਾਂ ਦੋਵਾਂ ਤੋਂ ਉੱਚਾ ਉੱਠ ਗਿਆ, ਕਿਉਂਕਿ ਮੈਂ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਸਦਾ ਦਾ ਆਨੰਦ ਬਣਿਆ ਰਹਿੰਦਾ ਹੈ, ਯਾਨੀ ਪ੍ਰਭੂ ਦੇ ਚਰਨਾਂ ਵਿੱਚ ਮੇਰਾ ਨਿਵਾਸ ਹੋ ਗਿਆ। ਇਸ ਲਈ ਮੈਨੂੰ ਹੁਣ ਨਾ ਕੋਈ ਨਰਕ ਦਾ ਡਰ ਰਿਹਾ, ਨਾ ਕੋਈ ਸਵਰਗ ਜਾਣ ਦੀ ਇੱਛਾ ਰਹੀ ਹੈ। ਪਰ ਜਿਹੜੇ ਅਸੀਂ ਲੋਕ ਹਾਂ, ਦੁਨਿਆਵੀ ਲੋਕ, ਸਾਡੇ ਲਈ ਨਰਕ ਵੀ ਹੈ ਤੇ ਸਵਰਗ ਵੀ ਹੈ, ਕਿਉਂਕਿ ਅਸੀਂ ਇਸ ਨੂੰ ਮੰਨਦੇ ਹਾਂ। ਔਰ ਸਾਡੀ ਇਸੇ ਜ਼ਿੰਦਗੀ ਵਿੱਚ ਜਦੋਂ ਅਸੀਂ ਆਪਣੇ ਹੀ ਕੀਤੇ ਕਿਸੇ ਕਰਮ ਦਾ ਦੁੱਖ ਭੋਗਦੇ ਹਾਂ, ਇਸੇ ਜ਼ਿੰਦਗੀ ਵਿੱਚ ਕਰਮ ਕੀਤਾ, ਇਸੇ ਵਿੱਚ ਹੀ ਦੁਖੀ ਹੁੰਦੇ ਹਾਂ। ਜਿਵੇਂ ਮੰਨ ਲਓ ਕੋਈ ਮਾੜਾ ਕਰਮ ਕਰਕੇ ਜੇਲ੍ਹ ਵਿੱਚ ਚਲਾ ਗਿਆ, ਤੇ ਜੇਲ੍ਹ ਵਿੱਚ ਇੱਕ ਤਰ੍ਹਾਂ ਦਾ ਨਰਕ ਹੀ, ਹੋਰ ਕੀ ਹੈ? ਸੋ ਨਰਕ ਭੋਗਣਾ ਹੀ ਹੈ ਉਹ। ਸੋ ਨਰਕ ਪਾਤੀ, ਉਹ ਜਿਹੜਾ ਰਾਜ ਦਾ ਅਹੰਕਾਰ ਕਰਦਾ ਹੈ, ਉਹ ਨਰਕ ਭੋਗਣ ਵਾਲਾ ਬਣ ਜਾਂਦਾ ਹੈ ਮਨੁੱਖ। ਹੋਵਤ ਸੁਆਨ, ਸੁਆਨ ਦਾ ਅਰਥ ਤੁਸੀਂ ਸਾਰੇ ਹੀ ਜਾਣਦੇ ਹੋ। ਸੁਆਨ ਦਾ ਅਰਥ ਹੁੰਦਾ ਕੁੱਤਾ। ਉਹ ਕੀ ਬਣਦਾ ਹੈ? ਹੋਵਤ, ਹੋਵਤ ਦਾ ਮਤਲਬ ਹੁੰਦਾ ਹੈ, ਉਹ ਕੁੱਤਾ ਬਣ ਜਾਂਦਾ ਹੈ। ਮਤਲਬ ਇਹੋ ਜਿਹੀ ਉਸ ਬੰਦੇ ਦੀ ਦਸ਼ਾ ਗੁਰੂ ਜੀ ਨੇ ਲਿਖੀ। ਇਹ ਨਹੀਂ ਲਿਖਿਆ ਕਿ ਉਹ ਅਗਲੇ ਜਨਮ 'ਚ ਕੁੱਤਾ ਬਣੇਗਾ, ਇਸੇ ਜਨਮ 'ਚ ਹੀ ਉਹਦਾ ਜਿਹੜਾ ਸੁਭਾਅ ਹੈ ਉਹ ਕੁੱਤੇ ਵਾਲਾ ਬਣ ਜਾਂਦਾ ਹੈ। ਉਹ ਥਾਂ ਥਾਂ ਤੇ ਲੋਕਾਂ ਨੂੰ ਫਿਰ ਵੱਢਦਾ ਫਿਰਦਾ, ਜਿਵੇਂ ਉਹ ਹਲਕਾ ਕੁੱਤਾ ਨਹੀਂ ਹੁੰਦਾ। ਉਹ ਕਹਿੰਦੇ ਨੇ ਆਪਣੇ ਮਾਲਕ ਨੂੰ ਵੀ ਨਹੀਂ ਬਖਸ਼ਦਾ। ਹੰਕਾਰੀ ਲੋਕ ਇਸ ਤਰ੍ਹਾਂ ਦੇ ਹੋ ਜਾਂਦੇ ਨੇ, ਉਹ ਕਿਸੇ ਨੂੰ ਨਹੀਂ ਬਖਸ਼ਦੇ, ਨਾ ਉਹ ਜ਼ਿਮੀਂਦਾਰਾਂ ਨੂੰ ਬਖਸ਼ਣ, ਨਾ ਉਹ ਕਿਸੇ ਦੂਜੇ ਤੀਜੇ ਨੂੰ ਬਖਸ਼ਣ, ਨਾ ਉਹ ਮਜ਼ਦੂਰਾਂ ਨੂੰ ਬਖਸ਼ਣ। ਉਹ ਜਿਹੜਾ ਉਹਨਾਂ ਦੇ ਡਿੱਕੇ ਚੜ੍ਹ ਜੇ ਉਹਨੂੰ ਰਗੜ ਸੁੱਟਦੇ ਨੇ। ਸੋ ਇਹ ਉਹਨਾਂ ਦਾ ਹਾਲ ਗੁਰੂ ਜੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਅੱਗੇ ਆਖਦੇ ਨੇ ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਆਪਣੇ ਆਪ ਨੂੰ ਜੋਬਨਵੰਤ ਮੰਨਦਾ ਹੋਵੇ। ਜੋਬਨਵੰਤ ਦਾ ਮਤਲਬ ਹੈ, ਜੋਬਨ ਦਾ ਮਤਲਬ ਤੇ ਜਵਾਨੀ ਹੁੰਦਾ ਹੈ, ਤੇ ਜੋਬਨਵੰਤ ਜਦੋਂ ਨਾਲ ਸ਼ਬਦ ਲੱਗਦਾ ਨਾ, ਉਹਦਾ ਹੁੰਦਾ ਸੋਹਣੀ ਜਿਹੀ ਜਵਾਨੀ, ਬੜੀ ਸੁੰਦਰ ਜਵਾਨੀ। ਜਵਾਨੀ ਤੇ ਸਾਰਿਆਂ ਤੇ ਆਉਂਦੀ ਹੈ, ਪਰ ਕਈ ਵਾਰੀ ਨਾ ਕਈਆਂ ਦੀ ਸ਼ਕਲ ਸੂਰਤ ਵੇਖਣ ਨੂੰ ਚੰਗੀ ਨਹੀਂ ਲੱਗਦੀ, ਤੇ ਉਹਦੀ ਗੱਲ ਇੱਥੇ ਨਹੀਂ ਕਰ ਰਹੇ। ਇੱਥੇ ਗੱਲ ਉਹਦੀ ਕਰਦੇ ਨੇ ਜਿਹੜਾ ਜਵਾਨ ਵੀ ਹੋਵੇ ਤੇ ਬੜਾ ਸੋਹਣਾ ਵੀ ਹੋਵੇ। ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਇਸ ਗੱਲ ਦਾ ਹੰਕਾਰ ਕਰਦਾ ਹੋਵੇ ਕਿ ਮੈਂ ਜਵਾਨ ਵੀ ਹਾਂ ਤੇ ਮੈਂ ਸੋਹਣਾ ਵੀ ਬੜਾ। ਤੇ ਆਪਣੇ ਪੰਜਾਬੀ ਵਿੱਚ ਤੇ ਕਹਿੰਦੇ ਹੁੰਦੇ ਸੀ, ਉਹਨੇ ਮੋਢਿਆਂ ਤੋਂ ਦੀ ਥੁੱਕਦਾ ਹੈ, ਹਨਾ। ਇਸ ਤਰ੍ਹਾਂ ਦਾ ਹੰਕਾਰ ਹੁੰਦਾ ਜਦੋਂ ਜਵਾਨੀ 'ਚ ਚੜਿਆ ਹੁੰਦਾ ਕੋਈ ਬੰਦਾ। ਸੋ ਹੋਵਤ ਬਿਸ਼ਟਾ ਕਾ ਜੰਤ, ਬਿਸ਼ਟਾ ਮੈਨੇ ਗੰਦਗੀ, ਜੰਤ ਮੈਨੇ ਕੀੜਾ। ਉਸ ਨੂੰ ਜਿਹੜਾ ਬੰਦਾ ਆਪਣੀ ਸੁੰਦਰਤਾ ਦਾ, ਆਪਣੀ ਜਵਾਨੀ ਦਾ ਮਾਣ ਤੇ ਅਹੰਕਾਰ ਕਰਦਾ ਹੈ, ਉਹ ਮਾਨੋ ਗੰਦਗੀ ਦਾ ਕੀੜਾ ਬਣ ਜਾਂਦਾ ਹੈ। ਗੁਰੂ ਜੀ ਨੇ ਸਾਨੂੰ ਸਮਝਾਉਣ ਵਾਸਤੇ ਪਹਿਲੇ ਪਾਤਸ਼ਾਹ ਨੇ ਬਾਣੀ ਵਿੱਚ ਨਾ ਇੱਕ ਬਚਨ ਲਿਖਿਆ ਹੈ। ਕਹਿੰਦੇ ਨੇ ਬਿਰਧ ਭਇਆ
जोबन तन खिसिया, कफ कंठ विरुद्ध हो, नैन हो नीर ढरै। इन्हां कल्ले कल्ले शब्द नूं समझण दी कोशिश करिया जे। बिरद पया, जोबन तन खिसिया, जदों शरीरक जिहड़ी जवानी सी, जिहड़ी सुंदरता सी, जदों खिसक गई हथों, यानी हथों निकल गया समा, वो जवानी ढल गई। कज्जल रेख न सहंदियां से पंखी सूए बहेठ। फरीद जी ने आख्या वो सोहणियां अखां जिन्हां विच कजले दी धारी भी रड़कदी हुंदी सी, हुण उन्हां अखां दे विच किते वो पिया सी ना खोपरी किसे बंदे दी, ते उत्थे हुण पंछियां ने आलने पाए ने। एक उदाहरण जी लई इस तरह दी भी आखिर दा हशर की होना है, जिहदा मान करदा है शरीर दा मान, इस जवानी दा मान, हंकार, आखिर नूं इहदा की बनदा है? या इहनूं साड़ दिता जांदा है, जां इहनूं जमीन च दब दिता जांदा है, मिट्टी कीड़े मकोड़े खा जांदे ने। बिरद भया जोबन तन खिसिया, ये जिहड़ी जवानी जदों खिसक जांदी है, बिरद अवस्था आ जांदी है। कफ कंठ विरुद्ध हो, जिहड़ा गला है ना कंठ, कफ यानी बलगम आदक, ਉਹਦੇ ਨਾਲੇ रुक जांदा, फिर बोलिया नहीं जांदा। नैनो नीर बह तन खीना, भय केस दुधवानी, रुधा कंठ शब्द नहीं उचरै, अब क्या करै प्राणी। मतलब ये हालत हो जाती है बंदे दी, अखां चों पानी बहिंदा है, गले तो बोलिया नहीं जांदा, मंगदा पानी है, घर वाले प्राणी चुक्की फिरदे ने भी खरे नूं वो चाहीदा कुछ होर। कफ कंठ विरुद्ध हो, नैन हो नीर ढरे। अखां तो पानी जांदा है, गले तो बोलिया नहीं जांदा। चरण रहे कर कंपन लागे, पैरां तो तुरिया नहीं जांदा, हथ कंबन लग जांदे ने। साकत राम न हृदय हरे, साकत मैंने शक्ति दा पुजारी यानी माया दा पुजारी, ਉਹਦੇ ਹਿਰਦੇ ਵਿੱਚ ਅਜੇ ਵੀ ਰੱਬ ਦਾ ਨਾਂ ਨਹੀਂ ਟਿਕਦਾ, ਭਾਵ ਅਜੇ ਵੀ ਉਹ ਨਾਮ ਨਹੀਂ ਜਪਦਾ। ਸੋ ਗੁਰੂ ਸਾਹਿਬ ਨਾ ਸਾਨੂੰ ਇਹਨਾਂ ਬਚਨਾਂ ਰਾਹੀਂ ਕੁਝ ਕਰਨ ਦੀ ਪ੍ਰੇਰਨਾ ਕਰਦੇ ਨੇ। ਇਹ ਸੋਹਣੀਆਂ ਉਦਾਹਰਨਾਂ ਲੈ ਕੇ ਸਾਨੂੰ ਸਮਝਾ ਕੇ ਕਿ ਦੇਖੋ, ਜੇ ਤੁਸੀਂ ਰਾਜ ਦਾ ਅਭਿਮਾਨ ਕਰੋਗੇ ਤੇ ਤੁਹਾਡਾ ਹਸ਼ਰਾ ਹੋਣਾ, ਇਹ ਰਾਜ ਸਦਾ ਲਈ ਨਹੀਂ ਰਹਿਣਾ। ਜੇ ਜਵਾਨੀ ਦਾ ਮਾਣ ਹੰਕਾਰ ਕਰੋਗੇ ਤੇ ਜਵਾਨੀ ਵੀ ਸਦਾ ਨਹੀਂ ਰਹਿਣੀ, ਆਖਰ ਇਹਨੇ ਮਿੱਟੀ ਵਿੱਚ ਇੱਕ ਦਿਨ ਮਿਲ ਹੀ ਜਾਣਾ। ਸੋ ਹੋਵਤ ਬਿਸ਼ਟਾ ਕਾ ਜੰਤ। ਲੇਕਿਨ ਜਿਹੜੇ ਲੋਕ ਇਹਦਾ ਸੁਖੀ ਬਸੈ ਮਸਕੀਨੀਆਂ, ਜਿਹੜੇ ਲੋਕ ਆਪਣੇ ਰਾਜ ਦਾ, ਆਪਣੀ ਜਵਾਨੀ ਦਾ ਲਾਭ ਉਠਾਉਂਦੇ ਨੇ, ਨਿਮਰਤਾ ਵਿੱਚ ਰਹਿ ਕੇ, ਗਰੀਬੀ ਵਾਲਾ ਸੁਭਾਅ ਬਣਾ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਲੁਕਾਈ ਦੀ ਸੇਵਾ ਕਰਦੇ ਨੇ, ਉਹ ਆਪਣੀ ਜਵਾਨੀ ਵੀ ਸਫਲ ਬਣਾ ਜਾਂਦੇ ਨੇ, ਉਹਨਾਂ ਦਾ ਬੁਢੇਪਾ ਵੀ ਸਫਲ ਹੋ ਜਾਂਦਾ ਹੈ। ਪਰ ਜਿਹੜੇ ਹੰਕਾਰ ਵਿੱਚ ਚਲੇ ਜਾਂਦੇ ਨੇ, ਸੋ ਹੋਵਤ ਬਿਸ਼ਟਾ ਕਾ ਜੰਤ। ਅੱਗੇ ਆਖਿਆ ਆਪਸ ਕੋ ਕਰਮਵੰਤ ਕਹਾਵੈ। ਇੱਥੇ ਜਿਹੜਾ ਕਰਮ ਸ਼ਬਦ ਹੈ ਨਾ, ਇਹ ਕੰਮਾਂ ਲਈ ਵਰਤਿਆ ਗਿਆ ਹੈ। ਕਰਮਵੰਤ ਯਾਨੀ ਜਿਹੜਾ ਬੰਦਾ ਆਪਣੇ ਆਪ ਨੂੰ ਇਹ ਸਮਝਦਾ ਹੋਵੇ ਕਿ ਮੈਂ ਬੜੇ ਸੋਹਣੇ ਕੰਮ ਕਰਦਾ, ਮੇਰੇ ਕੰਮਾਂ ਤੇ ਲੋਕ ਬੜੇ ਖੁਸ਼ ਨੇ, ਤੇ ਇਹਨਾਂ ਕਰਮਾਂ ਦਾ ਅਹੰਕਾਰ ਕਰਦਾ ਹੋਵੇ। ਆਪਸ ਕੋ ਕਰਮਵੰਤ ਕਹਾਵੈ। ਕਰਮ ਚੰਗੇ ਨਾ ਕਰਦਾ ਹੋਵੇ, ਲੇਕਿਨ ਆਪਣੇ ਆਪ ਨੂੰ ਚੰਗਿਆਂ ਕਰਮਾਂ ਵਾਲਾ ਅਖਵਾਉਂਦਾ ਹੋਵੇ ਕਿ ਮੈਂ ਬੜੇ ਚੰਗੇ ਕੰਮ ਕਰਨਾ, ਜਿਹੜੇ ਕਾਨੂੰਨ ਮੈਂ ਬਣਾ ਦਿੱਤੇ ਨੇ ਬਹੁਤ ਵਧੀਆ ਨੇ, ਸਾਰੇ ਲੋਕਾਂ ਨੂੰ ਮੰਨ ਹੀ ਲੈਣੇ ਚਾਹੀਦੇ ਨੇ ਅੱਖਾਂ ਬੰਦ ਕਰਕੇ। ਆਪਸ ਕੋ ਕਰਮਵੰਤ ਕਹਾਵੈ। ਉਹਦਾ ਹਸ਼ਰ ਕੀ ਹੁੰਦਾ? ਜਨਮ ਮਰੈ ਬਹੁ ਜੂਨ ਪਰਮਾਵੈ। ਉਹ ਬਹੁਤ ਜੂਨੀਆਂ ਵਿੱਚ ਭਟਕਦਾ ਫਿਰਦਾ ਹੈ, ਜੰਮਦਾ ਹੈ ਤੇ ਮਰਦਾ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਹੈ ਕਿ ਇਹੋ ਜਿਹਾ ਬੰਦਾ ਮੁੜ ਮੁੜ ਕੇ ਇਸ ਜੀਵਨ ਵਿੱਚ ਵੀ ਜੰਮਦਾ ਮਰਦਾ ਹੈ। ਅਸੀਂ ਰੋਜ਼ ਹੀ ਆਤਮਕ ਮੌਤੇ ਜਿਉਂਦੇ ਵੀ ਹਾਂ, ਆਤਮਕ ਮੌਤੇ ਮਰਦੇ ਵੀ ਹਾਂ। ਜਦੋਂ ਅਸੀਂ ਅਹੰਕਾਰ ਕਰਦੇ ਹਾਂ, ਮਾਨੋ ਸਾਡੀ ਆਤਮਕ ਮੌਤ ਹੀ ਹੋ ਗਈ ਹੁੰਦੀ ਹੈ। ਅਸੀਂ ਉਸ ਅਹੰਕਾਰ ਦੇ ਵਿੱਚ ਆਪਣੇ ਆਪੇ ਨੂੰ ਭੁੱਲ ਚੁੱਕੇ ਹੁੰਦੇ ਹਾਂ। ਆਪਣੇ ਆਪੇ ਨੂੰ ਭੁੱਲ ਜਾਣਾ ਆਤਮਕ ਮੌਤ ਮੰਨੀ ਜਾਂਦੀ ਹੈ।
ਲੇਕਿਨ ਗੁਰਮਤਿ ਇਹ ਗੱਲ ਮੰਨਦੀ ਏ ਕਿ ਇਸ ਜਨਮ ਤੋਂ ਬਾਅਦ ਵੀ ਜਨਮ ਹੁੰਦੇ ਨੇ। ਆਤਮਾ ਅਮਰ ਹੈ, ਆਤਮਾ ਕਦੇ ਮਰਦੀ ਨਹੀਂ। ਫਿਰ ਕੀਤੇ ਕਰਮਾਂ ਮੁਤਾਬਕ ਬੰਦਾ ਅੱਗੇ ਜਨਮਾਂ ਦੇ ਗੇੜ ਵਿੱਚ ਪੈ ਹੀ ਜਾਂਦਾ ਹੈ। ਜੀਵ ਆਖ ਲੋ, ਬੰਦਾ ਨਾ ਆਖੋ, ਜੀਵ ਆਖ ਲੋ। ਆਪਾਂ ਉਹ ਸ਼ਬਦ ਸਾਰੇ ਪੜ੍ਹਦੇ ਹਾਂ, ਸਾਰਿਆਂ ਨੂੰ ਪਤਾ ਹੈ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੂਨ ਵਲ ਵਲ ਉਤਰੈ। ਹੈ ਨਾ, ਉਹ ਸਾਰੇ ਸ਼ਬਦ ਵਿੱਚ ਇਹੋ ਹੀ ਗੱਲ ਦੱਸੀ ਗਈ ਹੈ ਕਿ ਜੇ ਅਖੀਰਲੇ ਵਕਤ ਬੰਦਾ ਇਹੋ ਜਿਹੀ ਵਿਚਾਰ ਲੈ ਕੇ ਮਰ ਜਾਏ ਤੇ ਉਹਦੀ ਅਗਲੀ ਜੂਨ ਇਸ ਤਰ੍ਹਾਂ ਦੀ ਹੁੰਦੀ ਹੈ। ਸੋ ਇਹਦਾ ਮਤਲਬ ਤੇ ਬੜਾ ਸਪਸ਼ਟ ਹੈ ਕਿ ਗੁਰਮਤ ਜਨਮ ਤੇ ਮਰਨ ਦੇ ਗੇੜ ਨੂੰ ਮੰਨਦੀ ਏ ਤੇ ਆਤਮਾ ਅਮਰ ਹੈ, ਪਰਮਾਤਮਾ ਕਦੇ ਮਰਦਾ ਨਹੀਂ। ਤੇ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਜਿਹੜੀ ਜੀਵ ਆਤਮਾ ਹੈ ਇਹ ਰੱਬ ਦੀ ਅੰਸ਼ ਹੈ, ਇਹ ਵੀ ਕਦੇ ਨਹੀਂ ਮਰਦੀ। ਇਹ ਉਨਾ ਚਿਰ ਚੱਕਰ 'ਚ ਰਹਿੰਦੀ ਹੈ ਜਿੰਨਾ ਚਿਰ ਆਪਣੇ ਅਸਲੇ ਵਿੱਚ ਮੁੜ ਕੇ ਨਹੀਂ ਸਮਾ ਜਾਂਦੀ। ਅਸਲਾ ਹੈ ਪਰਮਾਤਮਾ। ਪਰਮਾਤਮਾ ਵਿੱਚ ਜਿੰਨਾ ਚਿਰ ਇਹ ਬੰਦਾ ਜਿਉਂਦੇ ਜੀ ਲੀਨ ਨਹੀਂ ਹੋ ਜਾਏਗਾ, ਉਨਾ ਚਿਰ ਇਹ ਗੇੜ ਚੱਲਦਾ ਰਹੇਗਾ। ਇਸੇ ਲਈ ਗੁਰੂ ਜੀ ਸਾਨੂੰ ਬਾਰ-ਬਾਰ ਆਖਦੇ ਨੇ ਕਿ ਆ ਜਿਹੜਾ ਜਨਮ ਹੈ ਨਾ, ਮਨੁੱਖਾ ਜਨਮ ਤੁਹਾਨੂੰ ਪ੍ਰਾਪਤ ਹੋਇਆ ਹੈ, ਇਹ ਵਾਹਿਗੁਰੂ ਜੀ ਨੂੰ ਮਿਲਣ ਦੀ ਵਾਰੀ ਤੁਹਾਨੂੰ ਮਿਲੀ ਏ। ਇਸ ਵਾਰੀ ਨੂੰ ਗਵਾ ਨਾ ਬੈਠਿਆ ਜੇ। ਠੀਕ ਹੈ ਜੀ, ਸਦਕੇ ਸਾਰੇ ਸੰਸਾਰਿਕ ਕਰਮ ਕਰਨੇ ਨੇ, ਆਪਾਂ ਕਿਸੇ ਵੀ ਕੰਮ ਦਾ ਤਿਆਗ ਨਹੀਂ ਕਰਨਾ, ਲੇਕਿਨ ਰੱਬ ਜੀ ਨੂੰ ਵਿਸਾਰਨਾ ਨਹੀਂ। ਬਸ ਗੱਲ ਇੰਨੀ ਕਿ ਗੁਰਮਤਿ ਸਮਝਾਉਂਦੀ ਹੈ ਵੀ ਰੱਬ ਨੂੰ ਵਿਸਾਰਿਆ ਜੇ ਨਾ, ਉਹਨੂੰ ਭੁੱਲ ਕੇ ਹੰਕਾਰ ਦੇ ਢਿੱਕੇ ਨਾ ਚੜ ਜਿਆ ਜੇ। ਜੇ ਹੰਕਾਰ ਤੁਹਾਡੇ ਮਨ 'ਚ ਆ ਵਸਿਆ ਕਿਸੇ ਵੀ ਚੀਜ਼ ਦਾ, ਭਾਵੇਂ ਕਥਾ ਕਰਨ ਦਾ ਹੀ ਕਿਉਂ ਨਾ ਹੋਵੇ, ਹੰਕਾਰ ਅੰਦਰ ਟਿਕ ਗਿਆ ਤੇ ਮਾਰੇ ਜਾਓਗੇ, ਰਗੜੇ ਜਾਓਗੇ। ਇਹਦੇ ਤੋਂ ਬਚ ਕੇ ਰਿਹਾ ਜੀ। ਗੁਰੂ ਜੀ ਸਾਨੂੰ ਇਹ ਬਾਰ-ਬਾਰ ਸਮਝਾਉਂਦੇ ਨੇ। ਅੱਗੇ ਆਖਦੇ ਨੇ ਧਨ ਭੂਮਿਕਾ ਜੋ ਕਰੈ ਗੁਮਾਨ। ਧਨ ਤੇ ਆਪਾਂ ਸਾਰੇ ਜਾਣਦੇ ਹਾਂ, ਜ਼ਮੀਨ ਵੀ ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਆਪਣੇ ਚੋਂ ਬਹੁਤੇ ਲੋਕ ਨੇ ਜਿਹੜੇ ਜ਼ਿਮੀਂਦਾਰੀ ਨਾਲ ਸੰਬੰਧਿਤ ਨੇ, ਕਿਉਂਕਿ ਪੰਜਾਬ ਦਾ ਜਿਹੜਾ ਖਿੱਤਾ ਹੈ ਇਹ ਜ਼ਿਮੀਂਦਾਰਾ ਪ੍ਰਧਾਨ ਸੂਬਾ ਰਿਹਾ ਹੈ, ਹੁਣ ਵੀ ਹੈ। ਤੇ ਅਸੀਂ ਸਾਰੇ ਜ਼ਮੀਨਾਂ ਤੋਂ, ਭੋਏ ਭਾਂਡੇ ਤੋਂ ਬੜੇ ਚੰਗੀ ਤਰ੍ਹਾਂ ਵਾਕਫ ਹਾਂ। ਗੁਰੂ ਜੀ ਆਖਦੇ ਨੇ ਜਿਹੜਾ ਇਹਨਾਂ ਚੀਜ਼ਾਂ ਦਾ ਵੀ ਮਾਣ ਕਰੇ। ਗੁਮਾਨ ਦਾ ਮਤਲਬ ਵੀ ਇੱਥੇ ਅਹੰਕਾਰ ਹੀ ਹੈ। ਧਨ ਭੂਮਿਕਾ ਜੋ ਕਰੈ ਗੁਮਾਨ। ਹੰਕਾਰ ਜ਼ਿਮੀਂਦਾਰ ਲੋਕ ਕੀ ਕਰਦੇ ਨੇ? ਵੈਸੇ ਤੇ ਰਾਜੇ ਵੀ ਕਰਦੇ ਨੇ ਕਿ ਸਾਡਾ ਇੱਥੇ ਚਾਈਨਾ ਤੱਕ, ਉੱਥੋਂ ਤੱਕ ਸਾਡਾ ਉਹ ਹੈਗੀ ਹੈ ਦੇਸ਼ ਦੀ ਹੱਦ, ਉਧਰਲਾ ਬੰਦਾ ਇੱਥੇ ਪੈਰ ਨਹੀਂ ਰੱਖਣ ਦਿਆਂਗੇ ਅਸੀਂ ਕਿਸੇ ਨੂੰ। ਇੱਥੇ ਅਸੀਂ ਪਾਕਿਸਤਾਨ ਬਣਾਤਾ, ਉਹਨਾਂ ਦੀ ਕੀ ਮਜਾਲ, ਇੱਥੇ ਖੰਘ ਕੇ ਹੀ ਵਿਖਾ ਦੇਣ ਸਾਨੂੰ। ਇਹ ਉਹ ਲੋਕ ਵੀ ਕਰਦੇ ਨੇ। ਤੇ ਜਿਹੜੇ ਛੋਟੀਆਂ ਜ਼ਮੀਨਾਂ ਦੇ ਮਾਲਕ ਨੇ, ਉਹਨਾਂ ਦਾ ਵੀ ਹੰਕਾਰ ਉੱਥੇ ਹੀ ਖਲੋਤਾ ਹੁੰਦਾ ਹੈ। ਉਹ ਤੇ ਮੁਲਕ ਦਾ ਰਾਜਾ ਬਾਦਸ਼ਾਹ ਹੋਣ ਕਰਕੇ ਹੰਕਾਰ ਕਰਦਾ ਹੈ। ਇੱਕ ਜ਼ਿਮੀਂਦਾਰ ਅੱਧੇ ਏਕੜ ਦਾ ਮਾਲਕ ਹੈ, ਉਹ ਵੀ ਹੰਕਾਰ ਓਨਾ ਹੀ ਕਰਦਾ ਹੈ ਕਿ ਇੱਥੇ ਮੇਰੀ ਵੱਟ ਤੇ ਪੈਰ ਰੱਖ ਕੇ ਵਿਖਾ ਤੂੰ। ਉਹ ਵੀ ਇਹੋ ਹੀ ਹੰਕਾਰ ਕਰਦਾ ਹੈ। ਗੁਰੂ ਜੀ ਨੇ ਨਾ, ਪੰਜਵੇਂ ਪਾਤਸ਼ਾਹ ਨੇ ਬਾਣੀ 'ਚ ਬਚਨ ਲਿਖਿਆ ਹੋਇਆ ਹੈ। ਅਸਲ 'ਚ ਜਿਹੜੇ ਮੈਂ ਬਚਨ ਤੁਹਾਡੇ ਨਾਲ ਕਰਦਾ, ਮੇਰੇ ਆਪਣੇ ਨਹੀਂ ਹਨ, ਸਾਰੇ ਬਚਨ ਗੁਰਬਾਣੀ ਦੇ ਨੇ, ਤੇ ਤੁਸੀਂ ਇਹਨਾਂ ਨੂੰ ਹਿਰਦੇ ਵਿੱਚ ਜਗ੍ਹਾ ਜ਼ਰੂਰ ਦਿਆ ਜੇ। ਹਉ ਬੰਧੋ ਹਉ ਸਾਧੋਂ ਬੈਰ। ਬੰਧੂ ਦਾ ਮਤਲਬ ਹੈ ਮੈਂ ਬੰਨ ਕੇ ਅੰਦਰ ਸੁੱਟ ਦਿਆਂਗਾ ਜਿਹੜਾ ਬੰਦਾ ਮੇਰੀ ਵੱਟ ਤੇ ਪੈਰ ਰੱਖੇਗਾ। ਜ਼ਿਮੀਂਦਾਰ ਐਂ ਕਰਦੇ ਨੇ। ਹਉ ਬੰਧੋ ਹਉ ਸਾਧੋਂ ਬੈਰ। ਮੈਂ ਵੈਰ ਲਵਾਂਗਾ, ਫਲਾਣੇ ਜੱਟ ਨੇ ਮੇਰਾ ਫਲਾਣਾ ਨੁਕਸਾਨ ਕੀਤਾ ਸੀ, ਤੇ ਕਹਿੰਦੇ ਨੇ ਕਈ ਪੁਸ਼ਤਾਂ ਤੱਕ ਜੱਟ ਵੈਰ ਨਹੀਂ ਗਵਾਉਂਦੇ। ਇਹ ਅਖਾਣ ਹੈ ਪੰਜਾਬ ਦੇ ਅੰਦਰ ਵਰਤਿਆ ਜਾਂਦਾ ਆਮ ਕਰਕੇ। ਇੱਥੇ ਉਹੀ ਬਚਨ ਲਿਖਿਆ, ਹਉ ਬੰਧੋ ਹਉ ਸਾਧੋਂ ਬੈਰ। ਮੈਂ ਆਪਣਾ ਵੈਰ ਲਵਾਂਗਾ, ਮੈਂ ਛੱਡਾਂਗਾ ਨਹੀਂ। ਬੰਦਾ ਇਸ ਤਰ੍ਹਾਂ ਦਾ ਹੰਕਾਰ ਕਰਦਾ ਹੈ। ਫਿਰ ਅੱਗੇ ਕੀ ਆਖਦਾ, ਹਮਰੀ ਭੂਮ ਕੌਣ ਘਾਲੈ ਪੈਰ। ਮੇਰੀ ਜ਼ਮੀਨ ਤੇ ਕੌਣ ਪੈਰ ਰੱਖ ਸਕਦਾ? ਰੱਖ ਕੇ ਵਿਖਾਵੇ। ਇਹ ਹੰਕਾਰ ਏ। ਧਨ ਭੂਮਿਕਾ ਜੋ ਕਰੈ ਗੁਮਾਨ। ਇਸ ਜ਼ਮੀਨ ਤੇ ਪਤਾ ਨਹੀਂ ਕਿੰਨੇ ਹੋ ਗੁਜ਼ਰੇ ਨੇ। ਅੱਜ ਇਹ ਸਾਡੀ ਏ, ਕੱਲ ਕਿਸੇ ਹੋਰ ਦੀ ਸੀ, ਪਰਸੋਂ ਕਿਸੇ ਹੋਰ ਦੀ ਹੋਵੇਗੀ, ਪਤਾ ਨਹੀਂ, ਮਾਲਕ ਜਾਣੇ। ਜਿੰਨਾ ਘਰਾਂ ਵਿੱਚ ਆਪਾਂ ਰਹਿੰਦੇ ਹਾਂ, ਕਿੰਨੇ ਲੋਕ ਇੱਥੇ ਰਹਿ ਕੇ ਚਲੇ ਗਏ ਹੋਣਗੇ, ਪਤਾ ਨਹੀਂ। ਸਾਡੇ ਤੋਂ ਬਾਅਦ ਕਿੰਨੇ ਰਹਿ ਜਾਣਗੇ, ਉਹ ਵੀ ਨਹੀਂ ਪਤਾ। ਇੱਕ ਥਾਂ ਤੇ ਨਾ ਇਤਿਹਾਸ ਵਿੱਚ ਲਿਖਿਆ ਹੋਇਆ ਬਚਨ ਹੈ ਜੀ,
ਬਚਨ ਨੇ ਲਿਖਿਆ ਕਿ ਜਿਹੜਾ ਅਸੀਂ ਇੱਕ ਕਦਮ ਪੁੱਟਦੇ ਆ ਨਾ, ਇੱਕ ਕਦਮ ਸਾਡਾ, ਇੱਕ ਪੈਰ ਪੁੱਟ ਕੇ ਦੂਜਾ ਪੈਰ ਅੱਗੇ ਰੱਖਦੇ ਆ, ਉਹ ਕਹਿੰਦੇ ਨੇ ਇੰਨੀ ਜਗ੍ਹਾ ਤੇ ਪਤਾ ਨਹੀਂ ਕਿੰਨੇ ਕਿੰਨੇ ਰਾਜੇ, ਕਿੰਨੇ ਕਿੰਨੀ ਪ੍ਰਜਾ ਹੋ ਕੇ ਗੁਜ਼ਰ ਗਈ ਹੈ, ਇੰਨੀ ਥਾਂ ਤੇ ਕਿੰਨਿਆਂ ਦੇ ਸਿਰ ਨੱਪੇ ਨੇ ਥੱਲੇ ਤੇ, ਇੰਨੀ ਮਾਨਵਤਾ ਆਈ ਤੇ ਚਲੀ ਗਈ। ਕਿਹਦੀ ਇਹ ਜ਼ਮੀਨ ਹੈ, ਕਿਹਦਾ ਇਹ ਆਕਾਸ਼ ਹੈ? ਅਸੀਂ ਤੇ ਆਕਾਸ਼ ਵੀ ਵੰਡ ਲਿਆ ਵੀ ਕਿਹਦੀ ਮਜਾਲ ਹੈ ਇੱਥੋਂ ਮਾੜਾ ਜਿਹਾ ਵੀ ਐ ਹੋ ਜਾਏ। ਅਸੀਂ ਸਮੁੰਦਰ ਵੰਡ ਲਿਆ, ਉੱਥੇ ਅਸੀਂ ਤੋਪਾਂ ਬੀੜ ਲਈਆਂ ਨੇ ਵੀ ਕਿਹਦੀ ਹਿੰਮਤ ਹੈ ਉਹ ਇੱਥੋਂ ਆ ਪਾਣੀ ਦੀ ਆ ਜਿਹੜੀ ਇੱਕੋ ਲਹਿਰ ਇਹਦੋਂ ਇੱਧਰ ਕ੍ਰੋਸ ਤੇ ਕਰਕੇ ਵੇਖੇ। ਇਹ ਸਾਡਾ ਹਾਲ ਹੈ ਮਾਨਵਤਾ ਦਾ, ਮਨੁੱਖਤਾ ਦਾ। ਰੱਬ ਜੀ ਨੇ ਇੰਨਾ ਸੋਹਣਾ ਆਕਾਸ਼ ਬਣਾਇਆ ਸੀ, ਇੰਨੀ ਵੱਡੀ ਸੋਹਣੀ ਧਰਤੀ ਬਣਾਈ ਸੀ, ਤੇ ਉਹਦਾ ਤੇ ਸ਼ਾਇਦ ਮਨ ਇਹੀ ਹੋਏਗਾ ਕਿ ਮੇਰੇ ਬੱਚੇ ਸੁੱਖ ਨਾਲ ਵਸਣਗੇ, ਪਿਆਰ ਨਾਲ ਰਹਿਣਗੇ। ਇੰਨੇ ਸੋਮੇ, ਇੰਨੀਆਂ ਸੁੰਦਰ ਵਸਤੂਆਂ ਮੈਂ ਦਿੱਤੀਆਂ ਨੇ, ਕਿਤੋਂ ਸੋਨਾ ਨਿਕਲ ਰਿਹਾ, ਕਿਤੋਂ ਚਾਂਦੀ ਨਿਕਲ ਰਹੀ ਹੈ, ਕਿਤੋਂ ਕੋਇਲਾ ਨਿਕਲ ਰਿਹਾ ਹੈ, ਕਿਤੋਂ ਤੇਲ ਨਿਕਲ ਰਹੇ ਨੇ, ਕਿਤੋਂ ਗੈਸਿਸ ਨਿਕਲ ਰਹੀਆਂ ਨੇ। ਇਹਨਾਂ ਚੀਜ਼ਾਂ ਦਾ ਆਨੰਦ ਮਾਣਨਗੇ, ਸੁਖੀ ਰਹਿਣਗੇ, ਪਰ ਅਸੀਂ ਉਹਨਾਂ ਤੇ ਵੀ ਕਬਜ਼ੇ ਜਮਾ ਲਏ ਨੇ। ਇਹ ਹੈ ਧਨ ਭੂਮਿਕਾ ਜੋ ਕਰੈ ਗੁਮਾਨ। ਫਿਰ ਉਹਨੂੰ ਕੀ ਹੋਏਗਾ? ਸੋ ਮੂਰਖ ਅੰਧਾ ਅਗਿਆਨ। ਉਹ ਮਹਾਮੂਰਖ ਬੰਦਾ ਹੋਏਗਾ ਜਿਹੜਾ ਇਹਨਾਂ ਚੀਜ਼ਾਂ ਦਾ ਹੰਕਾਰ ਕਰੇਗਾ, ਅਗਿਆਨੀ ਹੋਏਗਾ ਉਹ ਬੰਦਾ। ਪ੍ਰੋਫੈਸਰ ਸਾਹਿਬ ਸਿੰਘ ਨੇ ਨਾ ਇਹੋ ਜਿਹੇ ਬੰਦੇ ਨੂੰ ਜ਼ਾਹਿਲ ਲਿਖਿਆ ਹੋਇਆ। ਉਹ ਬੰਦਾ ਜ਼ਾਹਿਲ ਹੋਏਗਾ, ਗਿਆਨੀ ਹੋਏਗਾ, ਮੂਰਖ ਹੋਏਗਾ ਜਿਹੜਾ ਇਹਨਾਂ ਚੀਜ਼ਾਂ ਦਾ ਹੰਕਾਰ ਕਰੇਗਾ। ਸੋ ਇਹ ਸਾਨੂੰ ਸਭਨਾਂ ਨੂੰ ਅੱਜ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਰਹੇ ਨੇ, ਮੈਂ ਨਹੀਂ। ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਉਹਨਾਂ ਦੀ ਗੱਲ ਵੱਲੇ ਧਿਆਨ ਦਿਓ। ਮੈਂ ਤੇ ਕੁਝ ਗਲਤ ਬੋਲਾਂਗਾ, ਉਹ ਤੁਸੀਂ ਮੈਨੂੰ ਖਿਮਾ ਕਰ ਦੇਣਾ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚ ਕਹਿ ਰਹੇ ਨੇ, ਅਸਲੀਅਤ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਜਿਹੜਾ ਬੰਦਾ ਆਪਣੀ ਧਨ ਭੂਮੀ ਦਾ ਮਾਣ ਕਰਦਾ, ਹੰਕਾਰ ਕਰਦਾ ਹੈ, ਉਹ ਮੂਰਖ ਤੇ ਜ਼ਾਹਿਲ ਹੈ। ਸੋ ਜੇ ਤੁਸੀਂ ਉਤਲੀਆਂ ਹੁਣ ਚਾਰੇ ਪੰਕਤੀਆਂ ਨੂੰ ਪੜ੍ਹ ਕੇ ਵੇਖੋ ਸਾਹਮਣੇ ਰੱਖ ਕੇ, ਵੀ ਜਿਹਦੇ ਅੰਦਰ ਰਾਜ ਦਾ ਅਭਿਮਾਨ ਹੈ, ਸੋ ਨਰਕਪਾਤੀ ਹੋਵਤ ਸੁਆਨ। ਹੁਣ ਮੈਂ ਬਾਰ-ਬਾਰ ਕੀ ਆਖਾਂ, ਕੀ ਬਣਨਾ ਹੈ ਉਹਨੇ, ਤੁਸੀਂ ਸਮਝ ਹੀ ਲਿਆ। ਜੋ ਜਾਣੈ ਮੈਂ ਜੋਬਨਵੰਤ, ਉਹ ਗੰਦਗੀ ਦਾ ਕੀੜਾ ਬਣੇਗਾ। ਜਿਹੜਾ ਆਪਣੇ ਆਪ ਨੂੰ ਚੰਗੇ ਕਰਮ ਕਰਦਾ ਤੇ ਨਹੀਂ, ਲੇਕਿਨ ਲੋਕਾਂ ਵਿੱਚ ਬਣਾਉਂਦਾ ਹੈ ਕਿ ਮੈਂ ਬੜਾ ਚੰਗਾ ਹਾਂ, ਮੈਂ ਬੜੇ ਚੰਗੇ ਕੰਮ ਕਰਦਾ, ਦੇਖੋ ਮੈਂ ਉਨੀ ਸੇਵਾ ਕੀਤੀ, ਮੈਂ ਆਹ ਕੀਤਾ, ਮੈਂ ਉਹ ਕੀਤਾ, ਕੁਝ ਵੀ ਨਹੀਂ ਹੁੰਦਾ। ਗੱਲੀ ਬਾਤੀ ਸਟੇਜਾਂ ਤੇ ਖਲੋ ਕੇ ਤੇ ਉਹ ਬਸ ਉੱਚੇ ਉੱਚੇ ਹੱਥ ਕਰਕੇ ਤੇ ਬਸ ਸਾਰਾ ਕੁਝ ਮੈਂ ਹੀ ਕਰ ਦਿੱਤਾ, ਬਸ ਆਕਾਸ਼ ਮੈਂ ਹੀ ਥੰਮਿਆ ਹੋਇਆ। ਉਹਨੂੰ ਕੀ ਹੋਣਾ ਹੈ? ਜਨਮ ਮਰੈ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਹੁਣ ਅਖੀਰਲੀਆਂ ਪੰਕਤੀਆਂ ਵੇਖੋ, ਇਹ ਜੇ ਮਸਕੀਨੀਆਂ ਵਾਲੀਆਂ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਵਾਹਿਗੁਰੂ ਜੀ ਕਿਰਪਾ ਕਰਕੇ ਜਿਸ ਕਿਸੇ ਮਨੁੱਖ ਦੇ ਮਨ ਵਿੱਚ, ਹਿਰਦੇ ਵਿੱਚ ਗਰੀਬੀ ਵਸਾ ਦਿੰਦੇ ਨੇ, ਭਾਵ ਨਿਮਰਤਾ ਦੇ ਧਾਰਨੀ ਬਣਾ ਦਿੰਦੇ ਨੇ ਉਸ ਬੰਦੇ ਨੂੰ। ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ। ਉਹ ਬੰਦਾ ਇੱਥੇ ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਮਾੜੇ ਕਰਮਾਂ ਤੋਂ ਮੁਕਤ ਹੋ ਜਾਂਦਾ ਹੈ, ਆਗੇ ਸੁਖ ਪਾਵੈ। ਅੱਗੇ ਉਹਨੂੰ ਆਤਮਿਕ ਸੁਖ ਮਿਲਦਾ ਹੈ, ਜ਼ਿੰਦਗੀ, ਇਸ ਜ਼ਿੰਦਗੀ ਵਿੱਚ ਵੀ ਤੇ ਜ਼ਿੰਦਗੀ ਤੋਂ ਬਾਅਦ ਚ ਵੀ। ਉਹ ਸੁਖੀ ਵਸਦਾ ਹੈ ਬੰਦਾ ਜਿਹੜਾ, ਜਿਹਦੇ ਹਿਰਦੇ ਵਿੱਚ ਗਰੀਬੀ ਵਸ ਜਾਂਦੀ ਹੈ। ਸੋ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਇੱਕ ਬਚਨ ਨਾਲ ਹੀ ਸਮਾਪਤੀ ਕਰਨਾ ਚਾਹਾਂਗਾ, ਤੇ ਇੱਕ ਛੋਟਾ ਜਿਹਾ ਵਿਚਾਰ ਹੈ ਭਾਈ ਗੁਰਦਾਸ ਜੀ ਦਾ, ਮੈਂ ਉਹ ਸਾਂਝਾ ਕਰਕੇ ਸਮਾਪਤੀ ਕਰ ਦੇਣਾ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਨਿਮਰਤਾ ਦੇ ਸੰਬੰਧ ਵਿੱਚ। ਵੈਸੇ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਰੋਜ਼ ਹੀ ਸੁਣਦੇ, ਜਿਹੜੇ ਤੁਸੀਂ ਆਸਾ ਕੀ ਵਾਰ ਸੁਣਦੇ ਹੋ, ਉਹਦੇ 'ਚ ਲਿਖਿਆ ਹੀ ਹੋਇਆ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਨੀਵੀਂ ਦਾ ਮਤਲਬ ਹੈ ਨਿਮਰਤਾ, ਗਰੀਬੀ, ਦਿਲ ਦੀ ਗਰੀਬੀ, ਮਨ ਦੀ ਗਰੀਬੀ, ਨਾ ਕਿ ਵੀ ਉਹ ਰੋਟੀ ਨਾ ਘਰ ਖਾਣ ਨੂੰ ਵੀ, ਉਹ ਗਰੀਬੀ ਦੀ ਨਹੀਂ ਗੱਲ। ਦਿਲ ਦੀ ਗਰੀਬੀ, ਮਨ ਦੀ ਗਰੀਬੀ, ਨਿਮਰਤਾ, ਇਹ ਸਭ ਤੋਂ ਚੰਗਾ ਗੁਣ ਹੈ। ਇਹ ਸਾਨੂੰ ਧਾਰਨ ਕਰਨਾ ਚਾਹੀਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕੀ ਆਖਦੇ ਨੇ? ਗਰੀਬੀ ਗਦਾ ਹਮਾਰੀ। ਗਦਾ ਦਾ ਮਤਲਬ ਹੈ ਗੁਰਜ। ਨਹੀਂ ਤੁਸੀਂ ਵੇਖਦੇ ਹੋ ਹਨੂਮਾਨ ਦੇ ਮੋਢੇ ਤੇ ਹੁੰਦੀ ਜਿਹੜੀ, ਉਹ ਗੁਰਜ ਇੱਕ ਹਥਿਆਰ ਹੁੰਦਾ ਹੈ। ਤੇ ਪੁਰਾਣੇ ਸਮੇਂ 'ਚ ਨਾ ਜਿਹੜੇ ਲੋਕ ਮੈਦਾਨੇ ਜੰਗ ਵਿੱਚ ਲੜਨ ਜਾਂਦੇ ਸਨ,
ਉਹਨਾਂ ਕੋਲ ਇੱਕ ਹਥਿਆਰ ਨਹੀਂ, ਉਹ ਕਈ ਲੈ ਕੇ ਜਾਂਦੇ ਸਨ। ਇੱਕ ਵੱਡੀ ਕਿਰਪਾਨ, ਇੱਕ ਭਾਲਾ, ਇੱਕ ਨੇਜਾ, ਇੱਕ ਗੁਰਜ, ਇਸ ਤਰ੍ਹਾਂ ਕਈ ਕੁਝ ਉਹ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਜਾਂਦੇ ਸਨ। ਗਰੀਬੀ ਗਦਾ ਹਮਾਰੀ, ਗੁਰੂ ਸਾਹਿਬ ਆਖਦੇ ਨੇ ਮੇਰੇ ਕੋਲ ਵੀ ਇੱਕ ਹਥਿਆਰ ਹੈ ਜਿਹੜਾ ਗੁਰਜ ਹੈ ਨਾ, ਮੇਰੇ ਕੋਲ ਵੀ ਮੈਂ ਵੀ ਰੱਖਿਆ ਹੋਇਆ ਹੈ। ਤੇ ਉਹ ਕੀ ਹੈ? ਗਰੀਬੀ, ਨਿਮਰਤਾ, ਨਿਮਰਤਾ ਵਾਲਾ ਸੁਭਾਅ। ਤੱਤੀ ਤਵੀ ਤੇ ਵੀ ਤੂੰ ਬਿਠਾ ਦਿੱਤਾ ਹੈ ਤੇ ਮੈਂ ਆਪਣੀ ਨਿਮਰਤਾ ਤੇ ਨਹੀਂ ਨਾ ਗਵਾਈ। ਬਸ ਆਹ ਸੁਭਾਅ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਤਰ੍ਹਾਂ ਜਣੇ ਖਣੇ ਦੀਆਂ ਠੋਕਰਾਂ ਪਏ ਖਾਣੀਆਂ ਨੇ, ਇਹ ਨਹੀਂ ਇਹਦਾ ਮਤਲਬ। ਇਹਦਾ ਮਤਲਬ ਹੈ ਕਿ ਅਸੀਂ ਬਿਨਾਂ ਹੀ ਵਜ੍ਹਾ ਤੋਂ ਹੰਕਾਰੀ ਨਾ ਹੋ ਕੇ ਤੁਰੇ ਫਿਰੀਏ। ਗਰੀਬੀ ਗਦਾ ਹਮਾਰੀ, ਸਾਡੇ ਕੋਲ ਜਿਹੜੀ ਗਦਾ ਹੈ, ਜਿਹੜਾ ਗੁਰਜ ਹੈ, ਉਹ ਸਾਡੇ ਕੋਲ ਗਰੀਬੀ ਸੁਭਾਅ ਹੈ। ਖੰਨਾ ਸਗਲ ਰੇਨ ਛਾਰੀ, ਖੰਨਾ ਦਾ ਮਤਲਬ ਇੱਥੇ ਖੰਡਾ, ਜਿਹੜਾ ਬਾਬੇ ਦੀਪ ਸਿੰਘ ਵਾਲਾ ਸੀ ਨਾ, ਜਿਹਦੇ ਨਾਲ ਉਹ ਸਿਰ ਵੱਢਿਆ ਸੀ ਕਿਸੇ ਦੁਸ਼ਮਣ ਦਾ, ਉਹਨੇ ਖੰਡਾ ਵੀ ਮੇਰੇ ਕੋਲ ਹੈਗਾ। ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਉਹ ਕਿਹੜਾ ਏ? ਸਗਲ ਰੇਨ ਛਾਰੀ, ਮੈਂ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਹੋਇਆ। ਮਤਲਬ ਇੰਨੀ ਮੈਂ ਗਰੀਬੀ ਆਪਣੇ ਅੰਦਰ ਸਮੋ ਲਈ ਏ ਕਿ ਮੇਰੇ ਕੋਲ ਕੋਈ ਵੀ ਆਵੇ ਬਸ ਉਹ ਮੇਰਾ ਸਾਹਿਬ ਏ, ਉਹ ਮੇਰਾ ਮਾਲਕ ਏ। ਮੈਂ ਨਿਮਰਤਾ ਵਿੱਚ ਰਹਿ ਕੇ ਬਸ ਉਹਦਾ ਆਦਰ ਸਤਿਕਾਰ ਕਰਦਾ ਹਾਂ। ਇਹ ਹੈ ਗਰੀਬੀ ਸੁਭਾਅ। ਇਸ ਆਗੇ ਕੋ ਨਾ ਟਿਕੈ ਵਿਕਾਰੀ, ਇਹ ਮੇਰੇ ਸੁਭਾਅ ਦੇ ਅੱਗੇ ਜਿਹੜਾ ਮੈਂ ਨਿਮਰਤਾ ਵਾਲਾ ਗਰੀਬੀ ਵਾਲਾ ਸੁਭਾਅ ਧਾਰਨ ਕਰ ਲਿਆ ਹੈ, ਵੱਡੇ ਵੱਡੇ ਵਿਕਾਰੀ ਇਹਦੇ ਅੱਗੇ ਨਹੀਂ ਟਿਕ ਪਾਏ। ਅੱਜ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਨੇ, ਅਸੀਂ ਵੇਖਦੇ ਹੀ ਹਾਂ ਲੋਕ ਉਹਨਾਂ ਨੂੰ ਕਿਹੋ ਜਿਹੇ ਤਰੀਕੇ ਨਾਲ ਯਾਦ ਕਰਦੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਵੇਂ ਲੋਕ ਯਾਦ ਕਰਦੇ ਨੇ, ਸਾਡੇ ਸਾਹਮਣੇ ਹੀ ਹੈ। ਗੁਰਪੂਰੇ ਇਹ ਗੱਲ ਸਾਰੀ ਆਖਦੇ ਨੇ, ਮੇਰੇ ਪੂਰੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਏ ਕਿ ਨਿਮਰਤਾ ਵਾਲਾ ਸੁਭਾਅ ਜਿਹੜਾ ਸਭ ਤੋਂ ਵਧੀਆ ਹਥਿਆਰ ਹੈ ਦੁਨੀਆ ਦੇ ਅੰਦਰ, ਇਹੋ ਜਿਹਾ ਹਥਿਆਰ ਅੱਜ ਤੱਕ ਕੋਈ ਬਣਿਆ ਹੀ ਨਹੀਂ ਜਿਹੋ ਜਿਹਾ ਨਿਮਰਤਾ ਵਾਲਾ ਹਥਿਆਰ ਹੈ। ਇਹਨੂੰ ਅਸੀਂ ਧਾਰਨ ਕਰਨਾ ਹੈ, ਹੰਕਾਰ ਦਾ ਤਿਆਗ ਕਰਨਾ ਹੈ। ਤੇ ਭਾਈ ਗੁਰਦਾਸ ਜੀ ਨੇ ਕੀ ਆਖਿਆ? ਹਉ ਤਿਸ ਘੋਲ ਕੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ। ਜਿਹਦੇ ਹਿਰਦੇ ਵਿੱਚ ਗੁਰੂ ਦੀ ਮੱਤ ਦੁਆਰਾ ਨਿਮਰਤਾ ਵਾਲਾ ਸੁਭਾਅ ਆ ਕੇ ਟਿਕ ਜਾਂਦਾ ਹੈ, ਮੈਂ ਭਾਈ ਉਹਦੇ ਤੋਂ ਸਦਕੇ ਜਾਂਦਾ ਹਾਂ, ਮੈਂ ਉਹਦੇ ਤੋਂ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਸੋ ਅੱਜ ਦੀ ਵਿਚਾਰ ਮੈਂ ਇੱਥੇ ਹੀ ਸਮਾਪਤ ਕਰਦਾ ਤੇ ਤੁਸੀਂ ਇਸੇ ਪੂਰੇ ਬੰਦ ਨੂੰ ਤੇ ਸ਼ਲੋਕ ਨੂੰ ਘਰ ਵਿੱਚ ਜਾ ਕੇ ਫਿਰ ਪੜ੍ਹਿਆ ਜੇ, ਫਿਰ ਇਹਨੂੰ ਵਿਚਾਰਿਆ ਜੇ ਤੇ ਫਿਰ ਸਮਝਣ ਦੀ ਕੋਸ਼ਿਸ਼ ਕਰਿਆ ਜੇ ਆਪਣੇ ਆਪੇ ਨੂੰ ਕਿ ਕਿਤੇ ਸਾਡੇ ਵਿੱਚ ਲੇਸ ਮਾਤਰੇ ਹਉਮੈ ਵਾਲੀ ਬਿਮਾਰੀ ਹੈ ਤਾਂ ਨਹੀਂ। ਜੇ ਹੈ ਤੇ ਫਿਰ ਆਪਾਂ, ਮੈਂ ਵੀ ਤੁਸੀਂ ਵੀ, ਆਪਾਂ ਕੋਸ਼ਿਸ਼ ਕਰੀਏ ਕਿ ਇਸ ਦਾ ਤਿਆਗ ਕਰੀਏ, ਇਹਨੂੰ ਛੱਡ ਦਈਏ। ਛੱਡ ਦਿਆਂਗੇ ਤੇ ਫਿਰ ਇਹਾਂ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ। ਇੱਥੇ ਵੀ ਵਿਕਾਰਾਂ ਤੋਂ ਮੁਕਤ ਹੋਵਾਂਗੇ ਤੇ ਅੱਗੇ ਜੀਵਨ ਤੋਂ ਬਾਅਦ ਵਿੱਚ ਵੀ ਆਤਮਿਕ ਸੁਖ ਸਾਨੂੰ ਪ੍ਰਾਪਤ ਹੋਏਗਾ। ਸੋ ਇੰਨੇ ਕੁ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਕੋਈ ਸ਼ਬਦ ਮੇਰੇ ਕੋਲੋਂ ਬੋਲਦਿਆਂ ਵੱਧ ਘੱਟ ਬੋਲਿਆ ਗਿਆ ਹੋਵੇ, ਬੋਲੇ ਹੀ ਜਾਂਦੇ ਨੇ, ਤੁਸੀਂ ਉਹਦੇ ਲਈ ਵੀ ਮੈਨੂੰ ਖਿਮਾ ਕਰ ਦੇਣਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।